दीना बंधु कृपा दे सागर पतित पावन जागदी जोत अमृत दे सोमे धन साहिब श्री गुरु ग्रंथ साहिब जी महाराज सतगुरु जी की परम दया सदका आप जी सतसंगत विच बैठ के अपने श्वासां नूं सफल कर रहे हो। चोजी प्रीतम बादशाह दरवेश शाह शहनशाह धन गुरु गोबिंद सिंह साहिब जी महाराज हजूर दे पवित्र ज्योति जोत समाउण अस्थान तखत सचखंड श्री हजूर श्री अबचल नगर साहिब विखे आप जी नूं दर्शन दीदारियां दा ये सुभाग समा प्राप्त होया है। महाराज जी दी पवित्र संगत करके आप जी लाभ उठा रहे हो। सतगुरु जी की पवित्र बाणी की लड़ीवार कथा का समा है। प्यार श्रद्धा नाल महाराज जी का अमृत उपदेश मन एकाग्र करके श्रवण करिए। सतगुरु जी के पावन चरणों का ध्यान करते हुए आखो जी सतनाम श्री वाहेगुरु साहिब जी। सतनाम श्री वाहेगुरु साहिब जी। सतनाम श्री वाहेगुरु जी। सलोक महला पहला। गरीब नवाज कृपा दे सागर धन गुरु नानक देव सच्चे पातशाह जी महाराज हजूर अपने श्री कंठ तो 12वां श्लोक है आसा दी वार दा महाराज बख्शिश कर रहे हैं। सतगुरु जी का उपदेश 11वें श्लोक अंदर आपां सरवण कीता सी। सच्चे पातशाह जी महाराज जी ने जिस विच कलयुग का वरतारा महाराज सच्चे पातशाह जी ने कथन किया। गरीब नवाज सच्चे पातशाह जी ने दसिया कि जियां दे अंदर लालच ते पाप भारी हो गए है। कामदेव ने मत मार छड़ी है। इस कदार थानेदार बनिया फिरदा है ते अज्ञान राजा है। पाप ते लोभ ये दोवें इस दे वजीर हन। इउं सच्चे पातशाह जी कहंदे ने कलयुग दे अंदर कूड़ वरत गया राय जी। सच तो एक किनारे ही रह गया है। इउं सच्चे पातशाह जी महाराज जी ने फिर बख्शिश करदिया होया दसिया कि वाहिगुरु दे दरबार अंदर चाहे कोई भला कर्म करदा इस संसार विच चाहे कोई बुरा करदा है वो प्रगट हो जाता है। छुपी नहीं रहिंदी जीव दी करनी, लुकी नहीं रह सकती है। ते महाराज जी ने आख्या कि जिनकी लेखै पत पवै चंगे सेई के। जिन्हां दी पत मेरा वाहिगुरु लेखे विच पा दिंदा है। जिन्हां नूं अपने नाम दी दात दे के सतसंगत दा प्यार बख्श के जिन्हां दी पत बचा लैंदा है वाहिगुरु ओहो ही महाराज कहंदे चंगे है। सेई दा अर्थ भाव ओ
ਤੇ ਕੇਈ ਭਾਵ ਚੰਗੇ ਸੇਈ ਕੇ ਤੋਂ ਭਾਵ ਕੋਈ ਕੋਈ ਹੈ, ਉਹ ਬਹੁਤੇ ਨਹੀਂ ਹਨ। ਕਿਉਂਕਿ ਬਹੁਤੇ ਜੀਆਂ ਦੀ ਇੱਥੇ ਤਾਂ ਕਾਮ ਨੇ ਪੱਤ ਗਵਾਤੀ ਹੈ, ਈਰਖਾ ਨੇ ਪੱਤ ਗਵਾਤੀ ਹੈ, ਮਨ ਵਿੱਚ ਕ੍ਰੋਧ ਹੀ ਨਹੀਂ ਹਟਦਾ। ਇਸ ਤਰ੍ਹਾਂ ਜੀਵ ਇਹੋ ਜਿਹੇ ਜਿੱਥੇ ਆਪ ਦੁਖੀ ਹੁੰਦੇ ਐ ਉਥੇ ਹੋਰਨਾਂ ਨੂੰ ਵੀ ਦੁਖੀ ਕਰਦੇ ਆ। ਸੰਸਾਰ ਦੇ ਅੰਦਰ ਉਹਨਾਂ ਦੀ ਇੱਜ਼ਤ ਵਕਾਰਾਂ ਨੇ ਨਾਸ਼ ਕਰ ਦਿੱਤੀ ਹੈ। ਪਰ ਲੋਕ ਵਿੱਚ ਸਾਧ ਸੰਗਤ ਜੀ ਜਦੋਂ ਜਾਂਦੇ ਐ ਫਿਰ ਉਥੇ ਉਹਨਾਂ ਦੀ ਇੱਜ਼ਤ ਗਵਾਈ ਜਾਂਦੀ ਹੈ। ਇੱਥੇ ਫਿੱਕਾ ਬੋਲਣਾ ਤਾਂ ਕਿਸੇ ਨੂੰ ਜਾਪਦਾ ਨਹੀਂ, ਕੌੜਾ ਬੋਲਣਾ ਤਾਂ ਜਾਪਦਾ ਨਹੀਂ, ਕਿਹੜੀ ਗੱਲ ਹੈ। ਪਰ ਮਹਾਰਾਜ ਕਹਿੰਦੇ ਭਾਈ ਉਥੇ ਅੱਗੇ ਗਏ ਫਿਰ ਜਾਣੇ ਜਾਂਦੇ ਆ ਕਿ ਕਿਹਦੀ ਪੱਤ ਰਹਿੰਦੀ ਹੈ ਤੇ ਕਿਹਦੀ ਪੱਤ ਗਵਾਉਂਦੇ ਆ ਫਿਰ ਜੰਮ। ਇਹ ਸਤਿਗੁਰਾਂ ਜੀ ਨੇ ਫਿਰ ਸਿੱਖਿਆ ਬਖਸ਼ਿਸ਼ ਕੀਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਕਿ ਜਿੱਥੇ ਵਾਹਿਗੁਰੂ ਤੁਸੀਂ ਆਪਣਾ ਸਰੂਪ ਬੁਝਾ ਦਿੰਦੇ ਹੋ, ਜਣਾ ਦਿੰਦੇ ਹੋ, ਉਹ ਗੁਰੂ ਰੂਪ ਹੋ ਕਰਕੇ ਆਪਣੀ ਸੋਝੀ ਦਿੰਦੇ ਹੋ, ਸੁਤੇ ਸਿੱਧ ਹੀ ਉਹਨਾਂ ਦੇ ਅੰਦਰ ਸੱਚ ਦਾ ਵਾਸ ਹੋ ਜਾਂਦਾ ਹੈ। ਹੁਣ ਮਹਾਰਾਜ ਜੀ 12ਵੇਂ ਸ਼ਲੋਕ ਵਿੱਚ ਸਤਿਗੁਰੂ ਜੀ ਸਿੱਖਿਆ ਦਿੰਦੇ ਹਨ। ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਪਹਿਲੇ ਪਾਤਸ਼ਾਹ ਗਰੀਬ ਨਵਾਜ ਦੁਖ ਦਾਰੂ ਸੁਖ ਰੋਗ ਪਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਇਹ ਜੋ ਦੁੱਖ ਹੈ ਨਾ ਸਾਧ ਸੰਗਤ ਜੀ, ਇਹ ਜੀਆਂ ਨੇ ਅਸਲ ਵਿੱਚ ਜਿਹੜਾ ਨਾਮ ਹੈ ਇਹ ਦਾਰੂ ਹੈ ਸਾਰਿਆਂ ਹੀ ਰੋਗਾਂ ਦਾ। ਪਰ ਇਸ ਦਾਰੂ ਨਾਮ ਨੂੰ ਜੀਆਂ ਨੇ ਦੁੱਖ ਰੂਪ ਸਮਝ ਲਿਆ ਹੈ, ਕਿਉਂਕਿ ਅੰਮ੍ਰਿਤ ਵੇਲਾ ਉੱਠਣਾ ਜਿਹੜਾ ਹੈ ਉਹ ਦੁੱਖ ਰੂਪ ਸਮਝਿਆ ਹੋਇਆ ਹੈ, ਤੇ ਜਿਹੜੀ ਨੀਂਦ ਹੈ ਸੌਣਾ ਹੈ ਉਹਨੂੰ ਸੁੱਖ ਰੂਪ ਸਮਝਿਆ ਹੋਇਆ ਹੈ। ਪਰ ਮਹਾਰਾਜ ਕਹਿੰਦੇ ਭਾਈ ਇਹ ਜਿਹਨੂੰ ਸੁੱਖ ਰੂਪ ਸਮਝਿਆ ਹੋਇਆ ਇਹ ਰੋਗ ਹੈ। ਜਿਹੜੀ ਨੀਂਦ ਅੰਮ੍ਰਿਤ ਵੇਲੇ ਜਿਹਨੂੰ ਸੁੱਖ ਸਮਝਿਆ ਨਾ, ਇਹ ਮਹਾਰਾਜ ਕਹਿੰਦੇ ਰੋਗ ਰੂਪ ਹੈ। ਤੇ ਜਿਸ ਨਾਮ ਦੇ ਜਪਣ ਨੂੰ ਮਹਾਰਾਜ ਕਹਿੰਦੇ ਭਾਈ ਜਿਹੜਾ ਸਾਰੇ ਹੀ ਦੁੱਖਾਂ ਦਾ ਦਾਰੂ ਹੈ, ਜਿਹਦੇ ਨਾਲ ਸਾਰੇ ਰੋਗ ਹਟਣੇ ਆ, ਉਸ ਨੂੰ ਇਸ ਜੀਵ ਨੇ ਦੁੱਖ ਰੂਪ ਸਮਝਿਆ ਹੋਇਆ ਹੈ। ਦੁਖ ਦਾਰੂ ਸੁਖ ਰੋਗ ਪਿਆ। ਫਿਰ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਜੀਵਨ ਦੇ ਅੰਦਰ ਨਾਮ ਦੇ ਭੁੱਲਣੇ ਕਰਕੇ ਜੀਆਂ ਨੂੰ ਦੁੱਖ ਲੱਗਦੇ ਆ ਨਾ, ਸਾਧ ਸੰਗਤ ਜੀ ਦੁੱਖ ਦੇ ਵਿੱਚ ਪਰਮੇਸ਼ਰ ਚੇਤੇ ਆਉਂਦਾ ਹੈ, ਦੁੱਖ ਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਆਉਂਦੀ ਹੈ। ਫਿਰ ਤਾਂ ਜਿਨ ਕਦੇ ਨਹੀਂ ਵੀ ਗੁਰਦੁਆਰੇ ਸਾਹਿਬ ਆ ਕੇ ਮੱਥਾ ਟੇਕਿਆ ਦੁੱਖ ਦੇ ਗਰਸੇ ਹੋਏ ਭੱਜੇ ਆਉਂਦੇ ਆ। ਜਿਹੜੇ ਕੋਈ ਗੁਰੂ ਮਹਾਰਾਜ ਦੇ ਵਜ਼ੀਰ ਦਾ ਸਤਿਕਾਰ ਨਹੀਂ ਕਰਦੇ ਉਹ ਵੀ ਫਿਰ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਅਰਦਾਸ ਕਰਿਓ ਮਹਾਰਾਜ ਸਾਡੀ। ਉਦਾਂ ਬਾਣੇ ਨੂੰ ਟਿਚਰਾਂ ਕਰਦੇ ਆ, ਮਖੌਲ ਕਰਦੇ ਆ। ਜਦੋਂ ਕੋਈ ਦੁੱਖ ਪਰਮੇਸ਼ਰ ਵੱਲੋਂ ਆ ਕੇ ਪੈਂਦਾ ਨਾ ਸਿਰ ਦੇ ਉੱਤੇ, ਤੇ ਫਿਰ ਮਹਾਰਾਜ ਕਹਿੰਦੇ ਭਾਈ ਉਸ ਦੁੱਖ ਤਕਲੀਫ ਕਰਕੇ ਜਦੋਂ ਵਾਹਿਗੁਰੂ ਚੇਤੇ ਆਉਂਦਾ ਹੈ ਉਹ ਦੁੱਖ ਜਾਣੋ ਦਾਰੂ ਦੀ ਤਰ੍ਹਾਂ ਆ ਕਰਕੇ ਲੱਗਦਾ, ਫਿਰ ਜੀਵ ਨੂੰ ਸਮਝ ਪੈਂਦੀ ਹੈ। ਦੁੱਖ ਦੀ ਚਪੇੜ ਨਾਲ ਮਹਾਰਾਜ ਜੀ ਸਮਝਾਉਂਦੇ ਆ ਕਿ ਰਾਹ ਬਦਲ ਲੈ, ਤੂੰ ਰਸਾਂ ਵਾਲੇ ਰਾਹ ਤੇ ਪਿਆ ਹੋਇਆ ਹੈ, ਕਾਮ ਵਾਸ਼ਨਾ ਵਾਲੇ ਰਾਹ ਤੇ ਪਿਆ ਹੋਇਆ ਹੈ। ਇਸ ਰਾਹ ਨੂੰ ਬਦਲ ਲੈ, ਕਿਉਂਕਿ ਇਹ ਰਾਹ ਤੈਨੂੰ ਬਹੁਤ ਜ਼ਿਆਦਾ ਅਧੋਗਤੀ ਨੂੰ ਲੈ ਜਾਏਗਾ, ਤੇਰਾ ਜਨਮ ਹੀ ਸਾਰਾ ਚਲੇ ਜਾਏਗਾ। ਜਿਹੜੇ ਦੁੱਖ ਆ ਕੇ ਲੱਗਦੇ ਆ ਫਿਰ ਸਾਨੂੰ ਸੋਝੀ ਦਿੰਦੇ ਆ ਦੁੱਖ, ਤੇ ਇਹ ਜਦੋਂ ਇਹਨਾਂ ਦੁੱਖਾਂ ਨੂੰ ਸਹਾਰ ਕੇ ਜੀਵ ਭਜਨ ਕਰਨ ਲੱਗ ਜਾਂਦਾ ਦੁਖੀ ਹੋ ਕੇ, ਫਿਰ ਦੁੱਖ ਭੰਜਨੀ ਸਾਹਿਬ ਦਾ ਗੁਟਕਾ ਸਾਹਿਬ ਲੱਭ ਲੈਂਦੇ ਆ। ਤਾਂ ਜੇ ਦੁੱਖ ਕਰਕੇ ਹੀ ਤੂੰ ਨਾਮ ਜਪਣ ਲੱਗ ਗਿਆ ਨਾ ਤਾਂ ਸਮਝ ਲੈ ਇਹ ਦੁੱਖ ਹੀ ਤੇਰਾ ਦਾਰੂ ਬਣ ਜਾਣਾ ਹੈ। ਦੁੱਖ ਨਹੀਂ ਤੇਰੇ ਰੋਗ ਸਾਰੇ ਕੱਟ ਦੇਣੇ ਆ, ਕਿਉਂਕਿ ਸੁਖ ਰੋਗ ਭਇਆ। ਜਿਨ੍ਹਾਂ ਵਿਸ਼ਿਆਂ ਵਕਾਰਾਂ ਦੇ ਭੋਗਣ ਵਿੱਚ ਉਸ ਨੂੰ ਸੁੱਖ ਸਮਝਿਆ ਹੋਇਆ ਨਾ ਉਹ ਸਾਰੇ ਰੋਗ ਰੂਪ ਹੋ ਰਹੇ ਆ। ਜਿਨ੍ਹਾਂ ਪਦਾਰਥਾਂ ਨੂੰ ਜਿਨ੍ਹਾਂ ਰਸਾਂ ਨੂੰ ਤੂੰ ਸੁੱਖ ਰੂਪ ਸਮਝਿਆ ਹੋਇਆ ਨਾ,
ਮਹਾਰਾਜ ਕਹਿੰਦੇ ਭਾਈ ਉਹ ਸਾਰੇ ਰੋਗ ਰੂਪ ਹੋ ਕਰਕੇ ਚਿੰਬੜ ਰਹੇ ਐ। ਇਹ ਜਿਹੜਾ ਦੁੱਖ ਆ ਕਰਕੇ ਲੱਗਦਾ ਨਾ ਜੀਵਨ ਦੇ ਅੰਦਰ, ਦੁਖੀ ਹੋ ਕੇ ਜੀਵ ਵੀ ਜਦੋਂ ਭਜਨ ਕਰਨ ਲੱਗ ਜਾਂਦੇ ਆ ਤੇ ਉਹ ਦੁੱਖ दारू ਦੀ ਤਰ੍ਹਾਂ ਸਾਧ ਸੰਗਤ ਜੀ ਲੱਗਦਾ ਹੈ। ਤੇ ਫਿਰ ਜੀਆਂ ਦੇ ਦੁੱਖ ਵੀ ਕੱਟੇ ਜਾਂਦੇ ਐ ਤੇ ਰੋਗ ਵੀ ਸਾਰੇ ਨਿਵਰਤ ਹੋ ਜਾਂਦੇ ਐ, ਵਿਸ਼ੇ ਵਿਕਾਰਾਂ ਦੇ ਭੋਗ ਵੀ ਛੁੱਟ ਜਾਂਦੇ ਆ ਵਾਹਿਗੁਰੂ ਦੇ ਭਜਨ ਦੇ ਪ੍ਰਤਾਪ ਕਰਕੇ। ਜਾ ਸੁਖ ਤਾਮ ਨਾ ਹੋਈ। ਜਦੋਂ ਸੁਖ ਹੁੰਦਾ ਨਾ, ਮਹਾਰਾਜ ਜੀ ਕਹਿੰਦੇ ਜਾ ਸੁਖ ਤਾਮ ਨਾ ਹੋਈ। ਉਦੋਂ ਤਾਮ ਇੱਛਾ ਹੀ ਨਹੀਂ ਹੁੰਦੀ ਮਨ ਚ ਉਹਦੇ। ਜਦੋਂ ਸੁਖੀ ਕੋਈ ਹੈ, ਉਹਦੇ ਕੋਲ ਮਾਇਆ ਬਹੁਤ ਜ਼ਿਆਦੀ ਹੈ, ਪਦਾਰਥ ਬਹੁਤ ਜ਼ਿਆਦੇ ਹੈ, ਤੇ ਫਿਰ ਸਤਕਾਰ ਵੀ ਚੰਗਾ ਹੁੰਦਾ ਹੈ। ਉਹਨੂੰ ਪੁੱਛੋ ਕਿ ਭਾਈ ਭਜਨ ਕਰ ਲਿਆ ਕਰ, ਉਹ ਕਹਿੰਦਾ ਉਹ ਕੀ ਹੁੰਦਾ ਹੈ? ਸਤ ਸੰਗਤ ਕਰਿਆ ਕਰ, ਕਹਿੰਦਾ ਕਿਉਂ, ਕਾਹਦੇ ਵਾਸਤੇ? ਸੁਖ ਦੇ ਵਿੱਚ ਤਾਂ ਤਾਮ ਇੱਛਾ ਹੀ ਨਹੀਂ ਜਾਗਦੀ ਜੀਵ ਨੂੰ ਵਾਹਿਗੁਰੂ ਨੂੰ ਮਿਲਣ ਦੀ, ਚਾਹਨਾ ਹੀ ਨਹੀਂ ਜਾਗਦੀ ਉਹਦੇ ਮਨ ਦੇ ਅੰਦਰ। ਤੇ ਸਤਿਗੁਰੂ ਜੀ ਕਹਿੰਦੇ ਨੇ ਜਾ ਸੁਖ ਤਾਮ ਨਾ ਹੋਈ। ਜਦੋਂ ਸੁਖ ਹੁੰਦਾ ਇਹਨਾਂ ਨੂੰ ਵਿਸ਼ੇ ਸੁਖ ਭੋਗਦਾ ਰਹਿੰਦਾ ਹੈ ਤਾਂ ਮਹਾਰਾਜ ਕਹਿੰਦੇ ਉਦੋਂ ਇਹਨੂੰ ਤਾਮ ਇੱਛਾ ਹੀ ਨਹੀਂ ਜਾਗਦੀ ਹੈ। ਇਸੇ ਪ੍ਰਕਾਰ ਦੁਖਦਾਰੋ ਸੁਖ ਰੋਗ ਭਇਆ। ਜਦੋਂ ਸਾਧ ਸੰਗਤ ਜੀ ਇਹ ਦੁੱਖ ਸਾਰੇ ਆ ਕਰਕੇ दारू ਦੀ ਨਿਆਈ ਜੀਵ ਨੂੰ ਜਿਹੜੇ ਆ ਉਹ ਸੋਝੀ ਦਿੰਦੇ ਆ, ਇਨਸਾਨ ਬਣਾ ਦਿੰਦੇ ਆ, ਦੁੱਖ ਹੀ ਜੀਵ ਨੂੰ ਸਿੱਧੇ ਰਾਹ ਤੇ ਚਲਾਉਂਦੇ ਆ ਤੇ दारू ਦੀ ਤਰ੍ਹਾਂ ਇਹ ਕੰਮ ਕਰਦੇ ਹਨ। ਸਰੀਰਕ ਹੋਣ ਮਾਨਸਿਕ ਹੋਣ, ਫਿਰ ਰੱਬ ਦੇ ਨਾਮ ਨੂੰ ਜਦੋਂ ਜਪਣ ਲੱਗ ਜਾਂਦਾ ਤੇ ਫਿਰ ਮਹਾਰਾਜ ਦਾ ਨਾਮ ਸਾਰੇ ਹੀ ਦੁੱਖ ਤੋੜ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਸੁੱਖ ਨੇ ਰੋਗ ਰੂਪ ਹਨ, ਜਿਨ੍ਹਾਂ ਨੂੰ ਮਨ ਚਾਹੁੰਦਾ ਰਹਿੰਦਾ ਕਿ ਮੈਨੂੰ ਇਹ ਵੀ ਸੁੱਖ ਮਿਲੇ, ਇਹ ਵੀ ਸੁੱਖ ਮਿਲੇ, ਜਿਹਦੇ ਕੋਲ ਬਾਹਲੇ ਹੀ ਇਹੋ ਜਿਹੇ ਸੁੱਖ ਹੁੰਦੇ ਉਹ ਰੋਗੀ ਹੁੰਦੇ ਆ ਬਾਹਲੇ। ਵੇਖ ਲੋ ਜਿੰਨਾ ਵੀ ਕੋਈ ਸਰੀਰ ਕਰਕੇ ਸੁਖ ਭੋਗਦਾ, ਮਹਾਰਾਜ ਜੀ ਨੇ ਕਿਹਾ ਨਾ ਭੋਗੰ ਤਾਂ ਰੋਗੰ ਹਰਖੰ ਤਾਂ ਸੋਗੰ, ਇਹੀ ਹਾਲਤ ਹੁੰਦੀ ਹੈ। ਜਾ ਸੁਖ ਤਾਮ ਨਾ ਹੋਈ। ਜਾ ਸੁਖ ਜਦੋਂ ਇਹਨੂੰ ਨਾਮ ਦਾ ਸੁਖ ਹੋ ਜਾਂਦਾ ਨਾ ਤਾਂ ਆਮ ਨਾ ਹੋਈ। ਇਹ ਦੂਸਰਾ ਅਰਥ। ਆਮ ਦਾ ਅਰਥ ਹੁੰਦਾ ਬਿਮਾਰੀ, ਕੰਨੇ ਤੋਂ ਐੜਾ ਨਿਕਲਦਾ ਹੈ ਤਾਂ ਇਹਨੂੰ ਕੋਈ ਵੀ ਫਿਰ ਬਿਮਾਰੀ ਨਹੀਂ ਰਹਿੰਦੀ ਹੈ। ਜਦੋਂ ਇਹਨੂੰ ਨਾਮ ਦਾ ਸੁੱਖ ਹੋ ਜਾਂਦਾ ਹੈ, ਜਦੋਂ ਇਹਨੂੰ ਵਾਹਿਗੁਰੂ ਜੀ ਦੇ ਪਿਆਰ ਦਾ ਅੰਦਰ ਸੁੱਖ ਪ੍ਰਗਟ ਹੁੰਦਾ ਹੈ, ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤਾਂ ਫਿਰ ਕਿਸੇ ਪ੍ਰਕਾਰ ਇਹਨੂੰ ਕੋਈ ਰੋਗ ਨਹੀਂ ਰਹਿੰਦਾ। ਆਮ ਰੋਗ ਨੂੰ ਕਹਿੰਦੇ ਆ, ਕੋਈ ਰੋਗ ਇਹਨੂੰ ਬਿਮਾਰੀ ਨਹੀਂ ਰਹਿੰਦੀ ਹੈ। ਤੂੰ ਕਰਤਾ ਕਰਣਾ ਮੈਂ ਨਾਹੀ। ਮਹਾਰਾਜ ਜੀ ਕਹਿੰਦੇ ਭਾਈ ਅਰਦਾਸ ਕਰਨੀ ਚਾਹੀਦੀ ਹੈ, ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਮਹਾਰਾਜ ਸਾਰਿਆਂ ਦੀ ਉਤਪਤੀ ਕਰਨ ਵਾਲਾ ਤੂੰ ਆਪ ਹੈ ਤੇ ਕਰਨਾ ਫਿਰ ਮਹਾਰਾਜ ਕਿਰਪਾ ਦੇ ਕਰਨ ਵਾਲਾ ਹੈ। ਮਹਾਰਾਜ ਤੂੰ ਕਰਤਾ ਕਰਨਾ ਮੈਂ ਨਹੀਂ, ਮੈਂ ਤਾਂ ਮਹਾਰਾਜ ਕੁਝ ਨਵੀਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੇ ਸਰੀਰਕ ਬਲ ਨੂੰ ਜਣਾਉਣਾ ਹਾਂ। ਵੇਖੋ ਸਾਧ ਸੰਗਤ ਜੀ, ਇਹ ਛੋਟੀ ਜੀ ਧਰਤੀ ਹੈ ਤੇ ਧਰਤੀ ਵੀ ਸਾਡੇ ਸਰੀਰ ਦੇ ਬਰਾਬਰ ਤਾਂ ਬਹੁਤ ਵੱਡੀ ਹੈ ਤੇ ਇਸ ਬ੍ਰਹਿਮੰਡ ਵਿੱਚ ਇਹ ਬਿਲਕੁਲ ਛੋਟੀ ਜੀ ਹੈ ਧਰਤੀ। ਤੇ ਇਹ ਜੀਵ ਜਿਹੜਾ ਮੱਛਰ ਵਾਂਗ ਹੈ ਇਸ ਬ੍ਰਹਿਮੰਡ ਦੇ ਅੰਦਰ, ਮੱਛਰ ਦੀ ਵੀ ਅਜੇ ਕੁਝ ਹੋਂਦ ਜਿਹੜੀ ਹੈ ਮੱਛਰ ਤੋਂ ਵੀ ਸੂਖਸ਼ਮ ਹੈ ਬ੍ਰਹਿਮੰਡ ਦੇ ਅੰਦਰ ਇਹ ਜੀਵ। ਤੇ ਫਿਰ ਹੰਕਾਰ ਵੇਖੋ ਕਿੰਨਾ ਕਰਦਾ ਹੈ। ਹੰਕਾਰ ਇਸ ਦੇ ਵਿੱਚ ਇੰਨਾ ਹੈ ਕਿ ਆਕਾਸ਼ ਤੱਕ ਨਹੀਂ ਮਿਆਉਂਦਾ ਹੈ। ਇਤਾ ਗੱਭ ਆਕਾਸ਼ ਨਾ ਮਾਵਤ। ਇਸ ਹੰਕਾਰ ਕਰਕੇ ਹੀ ਇਹ ਵਾਹਿਗੁਰੂ ਜੀ ਦੇ ਕੋਲ ਨਹੀਂ ਜਾ ਪਾਉਂਦਾ ਹੈ। ਮਹਾਰਾਜ ਜੀ ਕਹਿੰਦੇ ਆ ਇਉਂ ਕਹੋ ਹੈ ਵਾਹਿਗੁਰੂ ਤੂੰ ਕਰਤਾ, ਤੂੰ ਸਾਰਿਆਂ ਦਾ ਕਰਨ ਵਾਲਾ ਹੈ, ਸਾਰਿਆਂ ਦੀ ਉਤਪਤੀ ਤੇਰੇ ਤੋਂ ਹੋਈ ਹੈ ਤੇ ਮਹਾਰਾਜ ਕਿਰਪਾ ਦੇ ਕਰਨ ਵਾਲਾ ਹੈ। ਤੂੰ ਕਰਤਾ ਕਰਨਾ ਮੈਂ ਨਹੀਂ। ਮਹਾਰਾਜ ਜੀ ਮੈਂ ਤਾਂ ਕੁਝ ਵੀ ਨਹੀਂ ਹਾਂ, ਨਾ ਮੇਰੇ ਵਿੱਚ ਕੋਈ ਬੁੱਧੀ ਹੈ, ਨਾ ਮੇਰੇ ਵਿੱਚ ਕੋਈ ਸਰੀਰਕ ਬਲ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਜਣਾਉਂਦਾ ਹੈ ਇਹ ਮੇਰੀ ਅਗਿਆਨਤਾ ਹੈ, ਪਰ ਮਹਾਰਾਜ ਮੈਂ ਤਾਂ ਕੁਝ ਵੀ ਨਹੀਂ ਹਾਂ। ਜਾ ਹਉ ਕਰੀ ਨਾ ਹੋਈ। ਜਾਂ ਹਉਮੈ ਦੇ ਸਹਿਤ ਮੈਂ ਕਰਨਾ ਵੀ ਚਾਹਾਂ ਨਾ ਤਾਂ ਮੇਰੇ ਕੀਤਿਆਂ ਕੀ ਹੋਊਗਾ? ਮੇਰੇ ਕੀਤਿਆਂ ਤਾਂ ਕੁਝ ਨਹੀਂ ਹੋ ਸਕਦਾ ਮਹਾਰਾਜ। ਜੋ ਕੁਝ ਹੋਣਾ ਉਹ ਤੁਹਾਡੇ ਕੀਤਿਆਂ ਹੀ ਹੋਣਾ ਹੈ।
ਪਹਿਲਾਂ ਵੀ ਤੁਸੀਂ ਹੀ ਕਰਦੇ ਸੀ, ਹੁਣ ਵੀ ਤੁਸੀਂ ਕਰ ਰਹੇ ਹੋ, ਆਉਣ ਵਾਲੇ ਸਮੇਂ 'ਚ ਵੀ ਜੋ ਕਰੋਗੇ ਉਹੋ ਹੀ ਹੋਊਗਾ। ਤੁਹਾਡੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਜਾਂ ਹਉ ਕਰੀ ਮਹਾਰਾਜ, ਜੇ ਮੈਂ ਕਰਨਾ ਚਾਹਾਂ ਤਾਂ ਫਿਰ ਪੜ੍ਹਦੇ ਹੋ। ਜਾ ਹਉ ਕਰੀ ਨਾ ਹੋਈ, ਨਹੀਂ ਹੋ ਸਕਦਾ। ਮੈਂ ਚਾਹਾਂ ਵੀ ਨਾ ਕੁਝ ਕਰਨਾ ਤਾਂ ਮੈਂ ਤਾਂ ਪਤੰਤਰ ਹਾਂ, ਸੁਤੰਤਰ ਨਹੀਂ ਹਾਂ ਮਹਾਰਾਜ। ਆਪ ਦੇ ਹੁਕਮ 'ਚ ਹੀ ਮੇਰੇ ਅੰਗ ਪ੍ਰਤੰਗ ਹਿਲਦੇ ਆ। ਮੇਰੀ ਬੁੱਧੀ ਦੀ ਸੋਚਣ ਸ਼ਕਤੀ ਵੀ, ਅੰਤःਕਰਨ ਦੇ ਅੰਦਰ ਫੁਰਨੇ ਵੀ, ਉਹ ਵੀ ਤਾਂ ਮਹਾਰਾਜ ਆਪ ਜੀ ਦੇ ਹੁਕਮ 'ਚ ਹੀ ਹੈ ਨਾ ਸਾਰਾ ਕੁਛ। ਜੇ ਮੈਂ ਕਰਨਾ ਵੀ ਚਾਹਾਂ ਨਾ ਹਉ ਦੇ ਸਹਿਤ ਕਰ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਰਜਾ ਵਿੱਚ ਚੱਲਣਾ ਚਾਹੀਦਾ ਹੈ, ਵਾਹਿਗੁਰੂ ਦੇ ਹੁਕਮ 'ਚ ਚੱਲਣਾ ਚਾਹੀਦਾ ਹੈ। ਉਹਦੇ ਕੀਤੇ ਤੇ ਨਫ਼ਰਤ ਨਹੀਂ ਕਰਨੀ ਚਾਹੀਦੀ ਕਿ ਇਹ ਕਿਉਂ ਹੋਇਆ ਹੈ। ਵੀ ਜਾਂ ਤਾਂ ਤੂੰ ਕੋਈ ਕਰ ਸਕਦਾ ਹੋਵੇਂ ਤਾਂ ਫਿਰ ਤਾਂ ਤੂੰ ਵੀ ਕਹਿ ਵੀ ਆਹ ਗਲਤ ਹੋਇਆ, ਮੈਂ ਠੀਕ ਕਰਕੇ ਦੱਸਦਾ ਹਾਂ। ਭਈ ਤੂੰ ਤਾਂ ਕੁਝ ਕਰ ਹੀ ਨਹੀਂ ਸਕਦਾ ਨਾ। ਮਹਾਰਾਜ ਕਹਿੰਦੇ ਇਉਂ ਨਿਮਰਤਾ ਨਾਲ ਕਹੋ। ਫਿਰ ਪੜੋ, ਤੂੰ ਕਰਤਾ ਕਰਣਾ ਮੈਂ ਨਾਹੀ। ਮਹਾਰਾਜ ਤੂੰ ਕਰਤਾ ਪੁਰਖ ਹੈ, ਸਾਰੇ ਸੰਸਾਰ ਨੂੰ ਕਰਨਾ ਕਰਨ ਵਾਲਾ ਹੈ, ਕਿਰਪਾ ਦੇ ਕਰਨ ਵਾਲਾ ਹੈ। ਮਹਾਰਾਜ ਮੈਂ ਤਾਂ ਕੁਝ ਵੀ ਨਹੀਂ ਹਾਂ। ਜਾ ਹਉ ਕਰੀ ਨਾ ਹੋਈ, ਜਾਂ ਹਉ ਹਉਮੈ ਦੇ ਸਹਿਤ, ਜਾਂ ਹਉ ਮੈਂ, ਜਦੋਂ ਮੈਂ ਕੁਝ ਕਰਨਾ ਚਾਹਾਂ ਆਪਣੀ ਇੱਛਾ ਮੁਤਾਬਕ ਤਾਂ ਮਹਾਰਾਜ ਮੈਂ ਨਹੀਂ ਕਰ ਸਕਦਾ, ਕਿਉਂਕਿ ਤੇਰੀ ਰਜ਼ਾ ਵਿੱਚ ਸਭ ਕੁਝ ਹੋ ਰਿਹਾ ਹੈ। ਬਲਹਾਰੀ ਕੁਦਰਤ ਵਸਿਆ। ਬਲਹਾਰ ਜਾਈਏ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪਣੀ ਕੁਦਰਤ ਸ਼ਕਤੀ ਕਰਕੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਬਲਹਾਰ ਸਾਧ ਸੰਗਤ ਜੀ, ਜਿੱਥੇ ਬੁੱਧੀ ਦਾ ਬਲ ਹਾਰ ਜਾਈਏ, ਸਰੀਰ ਦਾ ਬਲ ਹਾਰ ਜਾਈਏ, ਉਹਨੂੰ ਬਲਹਾਰ ਜਾਣਾ ਕਹਿੰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਬਲਹਾਰੀ ਕੁਦਰਤ ਵਸਿਆ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਲਹਾਰ ਜਾਣੇ ਆ ਅਸੀਂ, ਕਿਉਂਕਿ ਤੂੰ ਆਪਣੀ ਕੁਦਰਤ ਸ਼ਕਤੀ ਕਰਕੇ ਮਾਇਆ ਦੇ ਵਿੱਚ ਵੀ ਤੂੰ ਹੀ ਵਸਿਆ ਹੋਇਆ ਹੈ। ਮਾਇਆ ਵੀ ਤੇਰੀ ਸ਼ਕਤੀ ਕਰਕੇ ਹੀ ਹਰਕਤ ਕਰ ਰਹੀ ਹੈ। ਇਹ ਸਾਰੀ ਕਾਇਨਾਤ ਦੇ ਅੰਦਰ ਤੂੰ ਆਪ ਹੀ ਸਮਾਇਆ ਹੋਇਆ ਆਪਣੀ ਕੁਦਰਤ ਸ਼ਕਤੀ ਕਰਕੇ। ਤੇਰਾ ਅੰਤ ਨ ਜਾਈ ਲਖਿਆ। ਇਹ ਵਾਹਿਗੁਰੂ ਤੇਰਾ ਅੰਤ ਜਿਹੜਾ ਨਾ ਸਿਰਾ ਕਿੱਥੇ ਕਵਾ, ਇਹ ਨਾ ਮਹਾਰਾਜ ਲਖਿਆ ਨਹੀਂ ਜਾਂਦਾ। ਇਹ ਜੀਆਂ ਨੇ ਕੀ ਲਖਣਾ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਕੋਲੋਂ ਨਹੀਂ ਲਖਿਆ ਜਾਂਦਾ, ਤੇ ਜੀਵਾਂ ਨੇ ਕੀ ਲਖਣਾ ਮਹਾਰਾਜ। ਤੇਰਾ ਅੰਤ ਕਿਸੇ ਕੋਲੋਂ ਨਹੀਂ ਪਾਇਆ ਜਾਂਦਾ, ਨਹੀਂ ਜਾਣਿਆ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਾਤ ਮਹਿ ਜੋਤ, ਜਾਤ ਕਹਿੰਦੇ ਆ ਜੀਵ ਨੂੰ, ਜਾਤ ਕਹਿੰਦੇ ਆ ਸ੍ਰਿਸ਼ਟੀ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਾਤ ਮਹਿ ਜੋਤ। ਇਹ ਜਿਹੜੇ ਜੀਵ ਹਨ ਨਾ ਵਾਹਿਗੁਰੂ, ਇਹਨਾਂ ਸਾਰਿਆਂ ਦੇ ਅੰਦਰ ਤੇਰੀ ਜੋਤ ਬਿਰਾਜਮਾਨ ਹੈ। ਤੂੰ ਆਪ ਇਹਨਾਂ ਦੇ ਅੰਦਰ ਪ੍ਰਤਾਪਮਾਨ ਹੋ ਰਿਹਾ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਤੇ ਜਿਹੜੀ ਜੋਤ ਹੈ ਮਹਾਰਾਜ ਤੇਰੀ, ਉਹਦੇ ਵਿੱਚ ਹੀ ਇਹ ਸਾਰੇ ਜਿਹੜੀ ਸ੍ਰਿਸ਼ਟੀ ਹੈ ਨਾ ਉਹ ਕਲਪਤ ਰੂਪ ਹੈ। ਸਾਧ ਸੰਗਤ ਜੀ, ਜਿਵੇਂ ਮਾਰੂਥਲ ਹੁੰਦਾ ਉਹਦੇ ਵਿੱਚ ਪਾਣੀ ਦਿਸਦਾ ਹੁੰਦਾ ਨਾ, ਉਹ ਕਲਪਤ ਰੂਪ ਹੁੰਦਾ ਹੈ। ਜਿਵੇਂ ਸਿੱਪੀ ਹੁੰਦੀ ਉਹਦੇ ਵਿੱਚ ਚਾਂਦੀ ਕਲਪਤ ਰੂਪ ਹੁੰਦੀ ਹੈ ਨਾ, ਹੁੰਦੀ ਨਹੀਂ ਹੈ, ਕਲਪਤ ਰੂਪ ਹੁੰਦੀ ਹੈ। ਇਸ ਤਰ੍ਹਾਂ ਸੰਸਾਰ ਹੈ ਨਹੀਂ, ਇਹ ਕਲਪਤ ਰੂਪ ਹੈ। ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਤੇਰੀ ਜੋਤ ਸਾਰਿਆਂ ਦੇ ਅੰਦਰ ਵਿਰਾਜਮਾਨ ਹੋ ਰਹੀ ਹੈ, ਤੇ ਤੇਰੀ ਜੋਤ ਦੇ ਅੰਦਰ ਹੀ ਮਹਾਰਾਜ ਇਹ ਜਾਤਾ, ਸਾਰੀ ਸ੍ਰਿਸ਼ਟੀ ਜਿਹੜੀ ਹੈ ਜਾਤਾ ਜਾਣੀ ਜਾਂਦੀ ਹੈ। ਤੇਰੇ ਅੰਦਰ ਹੀ ਕਲਪਤ ਰੂਪ ਹੈ, ਇਹ ਤੇਰੇ ਤੋਂ ਬਿਨਾ ਨਹੀਂ ਹੈ ਇਹ ਸੰਸਾਰ। ਸਾਧ ਸੰਗਤ ਜੀ, ਜੇ ਵੇਖੀਏ ਨਾ ਬਸੰਤ ਰਿਤ ਵਿੱਚ ਫੁੱਲ ਖਿੜਦੇ ਆ, ਰੱਬ ਦੇ ਪਿਆਰਿਓ, ਸਰ ਸਬਜ਼ ਹੋਈ ਧਰਤੀ ਵਿੱਚ ਜਦੋਂ ਇੰਨੀ ਬਲਹਾਰ ਜਾਣ ਵਾਸਤੇ ਉਹਨਾਂ ਦੇ ਮਨ ਦੇ ਅੰਦਰ ਜਦੋਂ ਚਾਹ ਆਉਂਦਾ, ਕਿਉਂ ਆਉਂਦਾ? ਕਿਉਂਕਿ ਉਸ ਬਸੰਤ ਰਿਤੂ ਦੇ ਖੜਾਅ ਵਿੱਚ ਵੀ ਉਹਨਾਂ ਨੂੰ ਵਾਹਿਗੁਰੂ ਦੀ ਜੋਤ ਦਿਸ ਰਹੀ ਹੈ।
ਫੁੱਲ ਖਿੜੇ ਹੋਏ ਸੋਹਣੇ ਲੱਗਦੇ ਆ ਨਾ, ਉਹ ਲਸ਼ਕਦੇ ਹੋਏ ਉਹਨਾਂ ਨੂੰ ਵਾਹਿਗੁਰੂ ਦੀ ਜੋਤ ਦਿਸ ਰਹੀ ਹੈ। ਫਿਰ ਕੋਈ ਹੀਰੇ ਪੰਨੇ ਜਵਾਹਰ ਵੇਖਦਾ, ਸੋਨੇ ਦੀ ਚਮਕ ਦਮਕ ਦੇਖਦਾ ਹੈ ਤੇ ਉਹ ਕਹਿੰਦਾ ਵੀ ਬੱਲੇ ਬੱਲੇ, ਬੜਾ ਪੰਨਾ ਸੋਹਣਾ, ਬੜਾ ਹੀਰਾ ਸੋਹਣਾ। ਰੱਬ ਦੇ ਪਿਆਰੇ ਵੇਖਦੇ ਆ ਤੇ ਕਹਿੰਦੇ ਮਹਾਰਾਜ ਤੇਰੀ ਜੋਤ ਹੀ ਇਹਨਾਂ ਦੇ ਅੰਦਰ ਲਸ਼ਕ ਰਹੀ ਹੈ। ਤੂੰ ਹੀ ਹੀਰੇ ਲਾਲ ਪੰਨਿਆਂ ਨੂੰ ਆਪਣੀ ਜੋਤ ਦੇ ਕਰਕੇ ਇੰਨੇ ਸੁੰਦਰ ਬਣਾ ਦਿੱਤਾ। ਸੋਨੇ ਵਿੱਚ ਵੀ ਤੇਰੀ ਹੀ ਜੋਤ ਲਸ਼ਕ ਰਹੀ ਹੈ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਜਾਤ ਮਹਿ ਜੋਤ, ਇਹ ਜਿਹੜੀ ਜਾਤ ਸਾਰੀ ਸ੍ਰਿਸ਼ਟੀ ਹੈ ਨਾ ਮਹਾਰਾਜ, ਇਹ ਤੇਰੀ ਜੋਤ ਇਹਦੇ ਅੰਦਰ ਜਗ ਰਹੀ ਹੈ। ਜੀਆਂ ਦੇ ਅੰਦਰ ਵੀ ਤੇਰੀ ਜੋਤ ਹੀ ਬਿਰਾਜਮਾਨ ਹੈ। ਜੋਤ ਕਰਕੇ ਹੀ ਜੀਵ ਚੱਲਦਾ। ਜਦੋਂ ਜੋਤ ਖਿੱਚੀ ਜਾਂਦੀ ਹੈ ਉਦੋਂ ਫਿਰ ਸਾਧ ਸੰਗਤ ਜੀ ਜੀਵ ਮੁਰਦਾ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਇਹ ਜਿਹੜੀ ਤੇਰੀ ਜੋਤ ਹੈ ਨਾ, ਜਿਹੜਾ ਤੂੰ ਆਨੰਦ ਘਨ ਰੂਪ ਹੈ, ਤੇਰੀ ਜਿਹੜੀ ਇਹ ਵੱਡੀ ਜੋਤ ਹੈ ਸੱਤਾ ਵਾਲੀ, ਇਹਦੇ ਅੰਦਰ ਹੀ ਮਹਾਰਾਜ ਸਾਰਾ ਸੰਸਾਰ ਜਾਤਾ ਕੀ ਜਾਣਿਆ ਜਾ ਰਿਹਾ ਹੈ। ਤੇਰੀ ਜੋਤ ਵਿੱਚ ਹੀ ਸਾਰਾ ਅਧਿਆਸਤ ਰੂਪ ਹੈ, ਕਲਪਤ ਰੂਪ ਹੈ ਸਾਰਾ ਹੀ ਸੰਸਾਰ। ਅਕਲ ਕਲਾ ਭਰਪੂਰ ਰਹਿਆ, ਤੂੰ ਅਕਲ ਕਲਪਨਾ ਤੋਂ ਰਹਿਤ ਹੈ ਆਪ, ਤੇ ਕਲਾ ਸ਼ਕਤੀ ਕਰਕੇ ਭਰਪੂਰ ਹੋ ਰਿਹਾ। ਆਕਾਸ਼ ਤਾਂ ਵਿੱਚੋਂ ਖਾਲੀ ਹੁੰਦਾ ਨਾ, ਖੋਲ ਥਾਂ ਨੂੰ ਕਹਿੰਦੇ ਆ ਵੀ ਇਹ ਆਕਾਸ਼ ਵੈ, ਪਰ ਮਹਾਰਾਜ ਤੂੰ ਭਰਪੂਰ ਹੋ ਰਿਹਾ ਹੈ। ਤੂੰ ਭਰਿਆ ਹੋਇਆ ਹੈ ਲਵਾਲਵ, ਤੇ ਸਾਰਿਆਂ ਦੇ ਪੇਟਾਂ ਦੀ ਪੂਰਤੀ ਕਰਨ ਵਾਲਾ ਹੈ, ਸਭ ਨੂੰ ਭਰਨ ਵਾਲਾ ਹੈ ਆਪਣੀ ਕਲਾ ਸ਼ਕਤੀ ਦੇ ਨਾਲ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਮਹਾਰਾਜ ਜੀ ਤੂੰ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ ਵਾਹਿਗੁਰੂ, ਤੇ ਸਾਹਿਬ ਮਾਲਕ ਹੈ। ਸਵਾਲਿਓ ਤੇਰੀ ਜਿਹੜੀ ਸਿਫਤ ਹੈ ਨਾ, ਇਹ ਬੜੀ ਹੀ ਸਵਾਲਿਓ ਸੁੰਦਰ ਹੈ। ਫਿਰ ਤੇਰੀ ਜਿਹੜੀ ਸਿਫਤ ਸਵਾਲਿਓ ਸਲਾਉਣੇ ਯੋਗ ਹੈ, ਤੇ ਸਵਾਲਿਓ ਸਵਾਰਨ ਵਾਲੀ ਹੈ। ਤਿੰਨ ਅਰਥ ਨੇ ਸਵਾਲਿਓ ਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੇਰੀ ਜਿਹੜੀ ਸਿਫਤ ਹੈ ਨਾ ਸਲਾਉਣੇ ਯੋਗ ਹੈ। ਤੇਰੀ ਜਿਹੜੀ ਸਿਫਤ ਹੈ ਸਵਾਲਿਓ ਸੁੰਦਰ ਹੈ ਤੇ ਸਵਾਰਨ ਵਾਲੀ ਹੈ। ਤੂੰ ਸਾਹਿਬ ਮਾਲਕ ਹੈ ਸਾਰਿਆਂ ਦਾ, ਤਿੰਨਾਂ ਕਾਲਾਂ 'ਚ ਰਹਿਣ ਵਾਲਾ ਹੈ। ਜਿਨ ਕੀਤੀ ਸੋ ਪਾਰ ਪਿਆ, ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ, ਜਿਨਨੇ ਤੇਰੀ ਸਿਫਤ ਕੀਤੀ ਹੈ ਨਾ, ਉਹਨੂੰ ਕੀ ਫਲ ਮਿਲਿਆ ਹੈ? ਸੋ ਪਾਰ ਪਿਆ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ, ਮੁਕਤੀ ਰੂਪੀ ਕੰਢੇ ਤੇ ਚੜ ਗਿਆ ਹੈ। ਇਹ ਦਾਤ ਮਹਾਰਾਜ ਸਿਫਤ ਕਰਨ ਵਾਲੇ ਨੂੰ ਪ੍ਰਾਪਤ ਹੁੰਦੀ ਹੈ, ਜਿਨਨੇ ਸਿਫਤ ਕਰ ਕਰਕੇ ਜਾਣ ਲਿਆ ਕਿ ਤੂੰ ਸੱਚਾ ਸਾਹਿਬ ਹੈ, ਸਦਾ ਰਹਿਣ ਵਾਲਾ ਹੈ। ਉਹਨੂੰ ਮਹਾਰਾਜ ਤੁਸੀਂ ਸੁੰਦਰ ਸਰੂਪ ਬਖਸ਼ਿਸ਼ ਕਰ ਦਿੱਤਾ, ਅੰਦਰ ਦਾ ਵੀ ਤੇ ਬਾਹਰਲਾ ਵੀ। ਉਹਨਾਂ ਦੇ ਕਪਟ ਛਲ ਨਾਲ ਕਰੂਪ ਚਿਹਰੇ ਨਹੀਂ ਹਨ, ਉਹਨਾਂ ਦੇ ਅੰਦਰੋਂ ਵੀ ਦਿਲ ਦੀ ਸਫਾਈ ਵਾਲਾ ਰੂਪ ਹੈ, ਬਾਹਰੋਂ ਵੀ ਉਹਨਾਂ ਦਾ ਸੁੰਦਰ ਸਰੂਪ ਹੈ। ਤੇ ਤੇਰੀ ਸਿਫਤ ਜਿਹੜੀ ਹੈ ਨਾ ਸਲਾਉਣੇ ਯੋਗ ਹੈ। ਮਹਾਰਾਜ ਜਿਨ ਕੀਤੀ ਹੈ ਸੋ ਪਾਰ ਪਿਆ, ਜਿਸ ਜਿਸ ਨੇ ਤੇਰੀ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਆ। ਕਹੋ ਨਾਨਕ ਕਰਤੇ ਕੀਆ ਬਾਤਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਇਹ ਕਰਤਾ ਪੁਰਖ ਦੀਆਂ ਬਾਤਾਂ ਅਸੀਂ ਤੁਹਾਨੂੰ ਦਸੀਆਂ। ਵਾਹਿਗੁਰੂ ਜੀ ਕਿਵੇਂ ਵਰਤ ਰਹੇ ਐ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਾਤਾਂ ਗੱਲਾਂ ਮਹਾਰਾਜ ਕਹਿੰਦੇ ਤੁਹਾਨੂੰ ਦਸੀਆਂ ਹਨ। ਜੋ ਕਿਛ ਕਰਨਾ ਸੋ ਕਰ ਰਹਿਆ, ਜੋ ਕੁਝ ਉਹਨੇ ਕਰਨਾ ਨੇ ਆਪਣੀ ਇੱਛਾ ਮੁਤਾਬਕ ਉਹ ਕਰ ਰਿਹਾ ਹੈ। ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ। ਪਹਿਲਾਂ ਵੀ ਆਪਣੀ ਇੱਛਾ ਮੁਤਾਬਕ ਹੀ ਜੋ ਕਰਨਾ ਸੀ ਉਹ ਕਰਦਾ ਸੀਗਾ, ਹੁਣ ਵੀ ਜੋ ਆਪਣੀ ਇੱਛਾ ਮੁਤਾਬਕ, ਕਿਉਂਕਿ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਲੇਵਾ ਦੇ, ਉਹ ਆਪਣੀ ਮਰਜ਼ੀ ਨਾਲ ਹੀ ਕਰਦਾ ਹੈ। ਕੋਈ ਕਹੇ ਕਿ ਸੰਸਾਰ ਕਿਉਂ ਬਣਾਤਾ, ਵਾਹਿਗੁਰੂ ਦੀ ਮੌਜ ਹੈ, ਉਹਨੇ ਆਪਣੀ ਮਰਜ਼ੀ 'ਚ ਬਣਾਇਆ ਹੈ। ਭਗਤ ਉਹਦੀ ਰਜਾ 'ਚ ਬਹੁਤ ਖੁਸ਼ ਹੁੰਦੇ ਆ। ਬ੍ਰਹਮ ਗਿਆਨੀਆਂ ਨੂੰ ਭਾਣਾ ਮੰਨ ਕੇ ਬੜਾ ਆਨੰਦ ਆਉਂਦਾ ਹੈ। ਚਾਹੇ ਕਿ ਸਾਰੀ ਸ਼ਕਤੀ ਦੇ ਉਹ ਸਾਧ ਸੰਗਤ ਜੀ ਸੋਮੇ ਹੁੰਦੇ ਐ, ਜੋ ਚਾਹਣ ਕਰ ਸਕਦੇ ਐ, ਪਰ ਉਹ ਜਾਣ ਲੈਂਦੇ ਆ ਕਿ ਰਜਾ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਹੋਰ। ਇਹ ਤਾਂ ਨਾਟਕ ਚੇਟਕ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਰਜਾ ਵਿੱਚ ਰਹਿਣ ਦੀ ਹੀ ਜਾਚ ਸਿਖਾਈ ਸੀਗੀ।
ਤੇ ਵੱਡੇ ਵੱਡੇ ਕਾਜ਼ੀਆਂ ਨੇ ਜ਼ੋਰ ਲਾ ਲਿਆ। ਸੱਚੇ ਪਾਤਸ਼ਾਹ ਜੋ ਚਾਹਣ ਕਰ ਸਕਦੇ ਸੀ, ਪਰ ਮਹਾਰਾਜ ਨੇ ਵਾਹਿਗੁਰੂ ਦਾ ਭਾਣਾ ਮੰਨਦਿਆਂ ਹੋਇਆ ਧਰਮ ਦੀ ਰੱਖਿਆ ਵਾਸਤੇ ਤਿਲਕ ਤੇ ਜੰਜੂ ਦੀ ਖਾਤਰ ਹਜੂਰ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਮਹਾਰਾਜ ਜੀ ਨੇ ਰਜਾ ਵਿੱਚ ਰਹਿਣ ਦੀ ਸਾਨੂੰ ਸਤਿਗੁਰਾਂ ਜਾਚ ਸਿਖਾਈ। ਮਹਾਰਾਜ ਕਹਿੰਦੇ ਭਾਈ ਜੋ ਕੁਝ ਕਰਨਾ ਸੋ ਕਰ ਰਿਹਾ, ਜੋ ਪਰਮੇਸ਼ਰ ਨੇ ਕਰਨਾ ਉਹ ਕਰ ਰਿਹਾ ਹੈ, ਉਹਨੂੰ ਤੇਰੀ ਸਲਾਹ ਦੀ ਲੋੜ ਨਹੀਂ ਹੈ। ਤੂੰ ਵਿੱਚ ਨਾ ਕਿਹਾ ਕਰਕੇ ਆ ਕਿਉਂ ਕਰ ਦਿੱਤਾ ਏਦਾਂ, ਜਾਂ ਨਹੀਂ ਸੀ ਹੋਣਾ ਚਾਹੀਦਾ। ਉਹ ਤਾਂ ਆਪਣੀ ਮੌਜ ਵਿੱਚ ਸਭ ਕੁਝ ਕਰ ਰਿਹਾ ਤੇ ਸਾਰਿਆਂ ਦਾ ਉਹ ਲੇਖਾ ਜੋਖਾ ਚੁਕਾ ਰਿਹਾ। ਵਾਹਿਗੁਰੂ ਦੀ ਜਿਹੜੀ ਨਿਆਇਕ ਸ਼ਕਤੀ ਹੁੰਦੀ ਹੈ ਨਾ, ਹੁਣ ਤਾਂ ਜੀਵ ਪਾਪ ਕਰਦਿਆਂ ਸੰਗਦੇ ਨਹੀਂ। ਨਿਆਇਕ ਸ਼ਕਤੀ ਫਿਰ ਜਦੋਂ ਦੰਡ ਦਿੰਦੀ ਹੈ, ਹੁਣ ਪਿਛਲਾ ਕਿਸੇ ਨੂੰ ਕੀ ਪਤਾ ਤੇ ਪਰ ਜਦੋਂ ਵਾਹਿਗੁਰੂ ਜੀ ਦੰਡ ਦਿੰਦੇ ਆ ਤਾਂ ਪਰਮੇਸ਼ਰ ਨੂੰ ਤਾਂ ਪਤਾ ਹੈ ਨਾ। ਇਸ ਕਰਕੇ ਵਾਹਿਗੁਰੂ ਦੇ ਕੀਤੇ ਵਿੱਚ ਸਾਧੂ ਜਿਹੜੇ ਆ ਨਾ, ਉਹ ਸ਼ੰਕਾ ਨਹੀਂ ਕਰਦੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੋ ਪਰਮੇਸ਼ਰ ਨੇ ਕੀਤਾ ਹੈ ਨਾ, ਉਹ ਭਲਾ ਕੀਤਾ ਹੈ। ਜੋ ਕੁਛ ਕਰਨਾ, ਜੋ ਉਹਨ ਕਰਨਾ ਸੀ ਉਹ ਕਰ ਰਿਹਾ ਆਪਣੀ ਮੌਜ ਦੇ ਅੰਦਰ। ਹੁਕਮ ਵਿੱਚ ਰਜਾ ਵਿੱਚ ਚੱਲਣਾ ਚਾਹੀਦਾ ਹੈ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਜੋਗ ਸ਼ਬਦੰ ਗਿਆਨ ਸ਼ਬਦੰ। ਸਾਧ ਸੰਗਤ ਜੀ, ਇਹ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਾਸ਼ੀ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪੰਡਤਾਂ ਨੂੰ ਸ਼ਾਂਤ ਦਿੱਤੀ ਹੈ ਨਾ, ਉਦੋਂ ਇਹ ਚਰਚਾ ਕਰਦੇ ਆ ਸਤਿਗੁਰਾਂ ਜੀ ਨੇ ਇਹਨਾਂ ਨੂੰ ਫਿਰ ਬਖਸ਼ਿਸ਼ ਕੀਤਾ ਸੀ। ਜਦੋਂ ਉਹਨਾਂ ਪ੍ਰਸ਼ਨ ਪੁੱਛੇ ਸੀਗੇ ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜੂਰ ਬਾਣੀ ਲਿਖਵਾ ਰਹੇ ਸੀ, ਉਦੋਂ ਪੰਡਤ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹ ਜਿਹੜੇ ਸ਼ਿਵਦੱਤ ਦੇ ਪੋਤਰੇ ਸੀ ਨਾ, ਇਹ ਸ਼ਬਦ ਲੈ ਕੇ ਉਦੋਂ ਮਹਾਰਾਜ ਕੋਲ ਆਏ ਸੀਗੇ। ਤੇ ਗੁਰਸਿੱਖਾਂ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਖਡੂਰ ਸਾਹਿਬ ਪੁੱਛਿਆ ਕਿ ਮਹਾਰਾਜ ਜਿਹੜੇ ਜੀਆਂ ਦੇ ਭਿੰਨ ਭਿੰਨ ਧਰਮ ਹੈ ਉਹ ਦੱਸੋ, ਤੇ ਸਾਰੇ ਜੀਆਂ ਦਾ ਜਿਹੜਾ ਸਮਾਨ ਧਰਮ ਹੈ ਉਹ ਵੀ ਕਿਰਪਾ ਕਰਕੇ ਆਪ ਦੱਸੋ। ਤੇ ਮਹਾਰਾਜ ਜੀ ਨੇ ਫਿਰ ਕਿਹਾ ਕਿ ਭਾਈ ਸਤਿਗੁਰਾਂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ। ਫਿਰ ਸਤਿਗੁਰਾਂ ਜੀ ਨੇ ਉਹ ਸ਼ਲੋਕ ਜਿਹੜਾ ਫਿਰ ਆਪਣੇ ਮੁਖ ਤੋਂ ਮਹਾਰਾਜ ਜੀ ਨੇ ਉਚਾਰਨ ਕੀਤਾ। ਇਹ ਸ਼ਲੋਕ ਸੰਸਕ੍ਰਿਤੀ ਵਿੱਚ ਵੀ ਜਿੱਥੇ ਮਹਾਰਾਜ ਪੰਡਤਾਂ ਨੂੰ ਸ਼ਾਂਤ ਦਿੱਤੀ ਹੈ ਗਰੀਬ ਨਵਾਜ ਜੀ ਨੇ, ਉੱਥੇ ਵੀ ਇਹ ਸੰਸਕ੍ਰਿਤੀ ਵਿੱਚ ਸ਼ਲੋਕ ਦਰਜ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜੋਗ ਸ਼ਬਦੰ ਗਿਆਨ ਸ਼ਬਦੰ। ਸੱਚੇ ਪਾਤਸ਼ਾਹ ਜੀ ਇੱਥੇ ਸ਼ਬਦੰ ਦਾ ਅਰਥ ਸਾਧ ਸੰਗਤ ਜੀ ਧਰਮ ਆਵੇਗਾ, ਫਿਰ ਸ਼ਬਦੰ ਦਾ ਅਰਥ ਉਪਦੇਸ਼ ਆਵੇਗਾ, ਸ਼ਬਦੰ ਦਾ ਅਰਥ ਸਾਧ ਸੰਗਤ ਜੀ ਬ੍ਰਹਮ ਆਵੇਗਾ। ਇਸ ਤਰ੍ਹਾਂ ਇਹ ਅਰਥ ਆਉਣਗੇ। ਥੋੜੀ ਜਿਹੀ ਆਵਾਜ਼ ਠੀਕ ਕਰਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜੋਗ ਸ਼ਬਦੰ, ਫਿਰ ਪੜ੍ਹਦੇ ਹੋ, ਜੋਗ ਸ਼ਬਦੰ ਗਿਆਨ ਸ਼ਬਦੰ। ਜੋਗ ਸ਼ਬਦੰ ਗਿਆਨ ਸ਼ਬਦੰ। ਜੋਗੀ ਦਾ ਸ਼ਬਦੰ ਧਰਮ ਕੀ ਹੈ? ਮਹਾਰਾਜ ਕਹਿੰਦੇ ਜੋਗੀ ਦਾ ਸ਼ਬਦੰ ਧਰਮ ਹੈ ਕਿ ਗਿਆਨ ਸ਼ਬਦੰ, ਗਿਆਨ ਆਪ ਕਮਾਵੇ ਤੇ ਗਿਆਨ ਦਾ ਸ਼ਬਦੰ ਉਪਦੇਸ਼ ਦੇਵੇ। ਇਹ ਜੋਗੀ ਦਾ ਧਰਮ ਹੈ ਸਾਧ ਸੰਗਤ ਜੀ। ਜੇ ਯੋਗ ਸਾਧਨਾ ਨਹੀਂ ਕਰਦਾ, ਗਿਆਨ ਨੂੰ ਆਪ ਨਹੀਂ ਕਮਾਉਂਦਾ, ਫਿਰ ਕਿਸੇ ਨੂੰ ਕੀ ਉਪਦੇਸ਼ ਦੇ ਸਕਦਾ ਹੈ? ਮਹਾਰਾਜ ਜੀ ਇਹ ਭਿੰਨ ਭਿੰਨ ਧਰਮ ਕਹਿੰਦੇ ਆ ਕਿ ਜੋਗ ਸ਼ਬਦੰ, ਜੋਗੀ ਦਾ ਇਹ ਸ਼ਬਦੰ ਧਰਮ ਹੈ ਕਿ ਗਿਆਨ ਸ਼ਬਦੰ, ਗਿਆਨ ਦਾ ਸ਼ਬਦੰ ਉਪਦੇਸ਼ ਜਿਹੜਾ ਹੈ ਉਹ ਦੇਣਾ ਕਰੇ, ਆਪ ਗਿਆਨ ਕਮਾਉਣਾ ਕਰੇ। ਵੇਦ ਸ਼ਬਦੰ ਬ੍ਰਾਹਮਣ ਹੈ। ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਇਹ ਸ਼ਬਦ ਥੋੜੇ ਜਿਹੇ ਭਿੰਨਤਾ ਨਾਲ ਸਾਧ ਸੰਗਤ ਜੀ ਸੰਸਕ੍ਰਿਤੀ ਵਿੱਚ ਇਹ ਮਹਾਰਾਜ ਜੀ ਇੱਥੇ ਫਰਮਾਉਂਦੇ ਹਨ। ਫਿਰ ਪੜੋ, ਵੇਦ ਸ਼ਬਦੰ ਬ੍ਰਾਹਮਣ ਹੈ। ਇੱਥੇ ਮਹਾਰਾਜ ਜੀ ਉਹ ਸਿੱਧਾ ਕਹਿੰਦੇ ਆ ਵੇਦ ਸ਼ਬਦੰ ਬ੍ਰਾਹਮਣ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਬ੍ਰਾਹਮਣ ਹੈ, ਭਾਵ ਬ੍ਰਾਹਮਣ ਦਾ ਸ਼ਬਦੰ ਧਰਮ ਕੀ ਹੈ? ਬ੍ਰਾਹਮਣ ਦਾ ਧਰਮ ਹੈ ਕਿ ਵੇਦ ਆਪ ਪੜ੍ਹੇ ਤੇ ਦੂਸਰੇ ਨੂੰ ਵੇਦਾਂ ਦੀ ਵਿੱਦਿਆ ਪੜ੍ਹਾਵੇ। ਇਹ ਹੈ ਬ੍ਰਾਹਮਣ ਦਾ ਧਰਮ। ਇਹ ਭਿੰਨ ਭਿੰਨ ਧਰਮ ਮਹਾਰਾਜ ਜੀ ਨੇ ਕਰਕੇ ਦੱਸੇ। ਜਦੋਂ ਸਮਾਜ ਦੀ ਵਿਵਸਥਾ ਇਸ ਤਰ੍ਹਾਂ ਦੀ ਹੋ ਚੁੱਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸਲ ਵਿੱਚ ਸਾਂਝਾ ਧਰਮ ਸੀਗਾ ਸਾਰਿਆਂ ਦਾ ਜੋ ਨਿਰੰਕਾਰ ਨੇ ਬਖਸ਼ਿਸ਼ ਕੀਤਾ, ਉਹ ਆਪਾਂ ਸਰਵਣ ਕਰਦੇ ਹਾਂ। ਪਹਿਲਾਂ ਚਾਰੇ ਸੁਣੀਏ। ਮਹਾਰਾਜ ਜੀ ਕਹਿੰਦੇ ਹਨ ਕਿ ਇਹ ਬ੍ਰਾਹਮਣਾਂ ਦਾ ਧਰਮ ਕੀ ਹੈ? ਵੇਦ ਦੀ ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਯੱਗ ਕਰਨਾ ਤੇ ਕਰਾਉਣਾ,
ਸਾਧ ਸੰਗਤ ਜੀ ਦਾਨ ਦੇਣਾ ਤੇ ਲੈਣਾ ਇਹ ਖੱਟ ਕਰਮ ਜਿਹੜੇ ਆ ਬ੍ਰਾਹਮਣਾਂ ਦੇ ਮੰਨੇ ਆ। ਇਹ ਸਤਿਗੁਰੂ ਜੀ ਕਹਿੰਦੇ ਨੇ ਵੇਦ ਸ਼ਬਦੰ ਬ੍ਰਾਹਮਣ। ਬ੍ਰਾਹਮਣ ਦਾ ਧਰਮ ਕੀ ਹੈ ਕਿ ਵੇਦ ਦੀ ਵਿੱਦਿਆ ਜਿਹੜੀ ਆ ਉਹ ਆਪ ਪੜ੍ਹੇ ਤੇ ਹੋਰਨਾਂ ਨੂੰ ਪੜਾਉਣਾ ਕਰੇ। ਖੱਤਰੀ ਸ਼ਬਦੰ ਸੂਰ ਸ਼ਬਦੰ। ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਖੱਤਰੀ ਆ ਭਾਵ ਛਤਰੀ ਆ ਜਿਹੜਾ ਉਹਦਾ ਸ਼ਬਦੰ ਧਰਮ ਕੀ ਹੈ? ਸੂਰ ਸ਼ਬਦੰ। ਉਹ ਸੂਰਮਤਾਈ ਨੂੰ ਆਪ ਕਮਾਵੇ ਤੇ ਸੂਰਮਤਾਈ ਦਾ ਉਪਦੇਸ਼ ਦੇਵੇ। ਇਹ ਨਹੀਂ ਕਿ ਉਹਦਾ ਸ਼ਸਤਰ ਪਹਿਨੀ ਫਿਰੇ ਤੇ ਜਦੋਂ ਯੁੱਧ ਆਣ ਕਰਕੇ ਪਵੇ ਤੇ ਉਦੋਂ ਅੰਦਰ ਲੁਕ ਜੇ ਜਾ ਕਰਕੇ। ਇਹ ਛਤਰੀ ਦਾ ਧਰਮ ਥੋੜੋ ਹੈ। ਮਹਾਰਾਜ ਜੀ ਕਿਹਾ ਜਬ ਆਵ ਕੀ ਆਉਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝ ਮਰੋ। ਮੇਰੀ ਇਹ ਇੱਛਾ ਹੈ ਕਿ ਜਦੋਂ ਜ਼ਿੰਦਗੀ ਦੇ ਅੰਤ ਦਾ ਸਮਾਂ ਆਵੇ ਨਾ, ਹੇ ਵਾਹਿਗੁਰੂ, ਉਦੋਂ ਜੰਗ ਦੇ ਅੰਦਰ ਜੂਝਦਿਆਂ ਹੋਇਆ ਵੀਰ ਗਤੀ ਨੂੰ ਪ੍ਰਾਪਤ ਹੋਈਏ। ਇਹ ਸੱਚੇ ਪਾਤਸ਼ਾਹ ਨੇ ਸੂਰਮਤਾਈ ਬਖਸ਼ਿਸ਼ ਕੀਤੀ ਹੈ। ਐਸਾ ਛਤਰੀ ਬਣਾਇਆ ਖਾਲਸਾ ਸੱਚੇ ਪਾਤਸ਼ਾਹ ਨੇ। ਤਾਂ ਮਹਾਰਾਜ ਕਹਿੰਦੇ ਹਨ ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀ ਦਾ ਸ਼ਬਦੰ ਧਰਮ ਕੀ ਹੈ? ਉਹ ਸਾਧ ਸੰਗਤ ਜੀ ਸੂਰਮਤਾਈ ਦਾ ਸ਼ਬਦੰ ਉਪਦੇਸ਼ ਦੇਵੇ। ਆਪ ਸੂਰਮਾ ਹੋਊ ਤੇ ਸੂਰਮਤਾਈ ਦਾ ਉਪਦੇਸ਼ ਦੇਊ ਨਾ। ਨਹੀਂ ਤੇ ਜੇ ਕੋਈ ਜਰਵਾਣਾ ਆ ਕਰਕੇ ਲੁੱਟ ਪੁੱਟ ਕੇ ਲੈ ਜਾਵੇ ਤੇ ਫਿਰ ਕਹਿੰਦੇ ਅੱਛਾ ਚਲੋ ਕੋਈ ਨਹੀਂ ਅਗਲੇ ਸਾਲ ਫਿਰ ਵੱਧ ਕਮਾਈ ਕਰ ਲਾਂਗੇ। ਆਪਣੇ ਕਰਮੋਂ ਮੈਂ ਨਹੀਂ ਥਾ। ਉਹਨੂੰ ਮਾਰ ਨਹੀਂ ਸਕਦੇ, ਜਰਵਾਣੇ ਨੂੰ ਲੜ ਨਹੀਂ ਸਕਦੇ ਤੇ ਆਪਣੇ ਕਰਮਾਂ ਨੂੰ ਕੋਸਦੇ ਫਿਰ ਉੱਥੇ ਹੀ ਜ਼ੁਲਮ ਸਹਿੰਦੇ ਰਹਿੰਦੇ ਆ। ਪਰ ਜਿਹੜਾ ਛਤਰੀ ਹੁੰਦਾ ਨਾ ਉਹ ਕਹਿੰਦਾ ਹੱਕ ਤੇ ਸੱਚ ਦੀ ਕਮਾਈ ਨਹੀਂ ਖਾਣ ਦੇਵਾਂਗਾ। ਜੇ ਚੜ ਕੇ ਆਇਆ ਧਰਮ ਤੇ ਵਾਅਦਾ ਕਰਕੇ ਆਇਆ ਤੇ ਫਿਰ ਸਿਰ ਲੁਹਾ ਕੇ ਜਾਏਗਾ, ਲੱਤਾਂ ਤੇ ਤੁਰ ਕੇ ਤੈਨੂੰ ਵੀ ਨਹੀਂ ਮੈਂ ਜਾਣ ਦਿੰਦਾ। ਇਹ ਛਤਰੀ ਦਾ ਧਰਮ ਹੈ। ਤੇ ਛਤਰੀ ਨੂੰ ਕੋਈ ਸਾਧ ਸੰਗਤ ਜੀ ਜਾ ਕੇ ਉਹਨੂੰ ਛੇੜੇ, ਧਰਮ ਦੇ ਉੱਤੇ ਵਾਅਦਾ ਕਰੇ ਤੇ ਫਿਰ ਅੱਗੋਂ ਕਾਇਰ ਬਣਿਆ ਬੋਲੇ ਨਾ, ਉਹ ਛਤਰੀ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ। ਮੈਂ ਕਿਸੇ ਬ੍ਰਾਹਮਣ ਦਾ ਪੁੱਤਰ ਨਹੀਂ, ਮੈਂ ਸ਼ਸਤਰਧਾਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪੁੱਤਰ ਹਾਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਲਮ ਕਹਿੰਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਛਤਰੀ ਦਾ ਧਰਮ ਹੈ ਕਿ ਉਹ ਛਤਰੀ ਪੁਣੇ ਦਾ ਸੂਰਮਤਾਈ ਦਾ ਉਪਦੇਸ਼ ਦੇਵੇ ਤੇ ਸੂਰਮਤਾਈ ਨੂੰ ਆਪ ਕਮਾਉਣਾ ਕਰੇ, ਸੂਰਬੀਰ ਯੋਧਾ ਹੋਵੇ। ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਤੇ ਸ਼ੂਦਰ ਦੀ ਮਹਾਰਾਜ ਕਹਿੰਦੇ ਭਾਈ ਕੀ ਹੈ? ਸ਼ੂਦਰ ਦਾ ਧਰਮ ਕੀ ਹੈ? ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਪਰਾਏ ਦੀ ਕਿਰਤ ਕਰਨੀ ਭਾਵ ਦੂਸਰੇ ਦੀ ਸੇਵਾ ਕਰਨੀ, ਇਹ ਸ਼ੂਦਰ ਦਾ ਧਰਮ ਹੈ। ਤੇ ਪਰਕਿਰਤ ਹੈ, ਪਰ ਵਿਸ਼ੇਸ਼ ਕਰਕੇ ਜਿਹੜੀ ਆਪਣੀ ਕਿਰਤ ਕਰਨੀ ਇਹ ਵੈਸ ਦਾ ਧਰਮ ਹੈ। ਇਹਦੇ ਵਿੱਚ ਦੋਵੇਂ ਹੀ ਹੈ, ਸ਼ੂਦਰ ਤੇ ਵੈਸ ਵੀ। ਆਪਣੀ ਕਿਰਤ ਕਰੇ, ਦੁਕਾਨ ਕਰੇ, ਖੇਤੀ ਕਰੇ, ਇਹ ਵੈਸ ਦਾ ਧਰਮ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸੇ ਪ੍ਰਕਾਰੇ ਪੜੋ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਸ਼ੂਦਰ ਵਾ ਉਹ ਪਰਾਈ ਕਿਰਤ ਕਰੇ ਭਾਵ ਦੂਸਰਿਆਂ ਦੀ ਸੇਵਾ ਕਰੇ ਤੇ ਪਰ ਵਿਸ਼ੇਸ਼ ਕਰਕੇ ਆਪਣੀ ਕਿਰਤ ਜਿਹੜੀ ਉਹ ਵੈਸ਼ ਆਪਣੀ ਕਿਰਤ ਕਰਨਾ ਕਰੇ। ਇਹ ਮਹਾਰਾਜ ਜੀ ਨੇ ਭਿੰਨ ਭਿੰਨ ਧਰਮ ਦੱਸੇ ਸੱਚੇ ਪਾਤਸ਼ਾਹ ਨੇ। ਅਸਲ ਵਿੱਚ ਸਾਧ ਸੰਗਤ ਜੀ ਇਹ ਇੱਕ ਹੀ ਮਨੁੱਖ ਦੇ ਧਰਮ ਸੀ ਸਾਰੇ, ਕਿ ਉਹ ਬ੍ਰਹਮ ਵਿਦਿਆ ਵੀ ਪੜ੍ਹੇ ਤੇ ਫਿਰ ਸਾਧ ਸੰਗਤ ਜੀ ਸ਼ਸਤਰ ਧਾਰੀ ਵੀ ਹੋਵੇ ਆਪਣੀ ਸਵੈ ਰੱਖਿਆ ਨੂੰ, ਤੇ ਫਿਰ ਕਿਰਤ ਕਰਕੇ ਛਕੇ, ਹੱਡ ਹਰਾਮੀ ਨਾ ਹੋਵੇ ਤੇ ਫਿਰ ਦੂਸਰਿਆਂ ਦੀ ਸੇਵਾ ਵੀ ਕਰੇ। ਇਹ ਚਾਰ ਗੁਣ ਇੱਕ ਮਨੁੱਖ ਦੇ ਸੀ। ਪਰ ਲੋਕ ਹੌਲੀ ਹੌਲੀ ਸਾਧ ਸੰਗਤ ਜੀ ਜਿਹੜੇ ਸੀ ਨਾ ਉਹ ਔਗਣਾਂ ਦੇ ਗ੍ਰਸਤ ਹੋ ਗਏ। ਬ੍ਰਾਹਮਣ ਇੰਨੇ ਨਕੰਮੇ ਹੋ ਗਏ ਕਿ ਸ਼ਸਤਰ ਫੜ ਹੀ ਨਹੀਂ ਸਕਦੇ, ਕੁੰਜੀਆਂ ਬੰਨਣ ਲੱਗ ਪਏ ਤੇ ਧਾਗਾ ਜਿਹੜਾ ਉਹ ਪਾਉਣ ਲੱਗ ਪਏ ਜੰਨੂ ਹੀ ਇਕੱਲਾ। ਤੇ ਉਹਨਾਂ ਦੇ ਪੁੱਤਰ ਅੱਗੋਂ ਲਾਡਲੇ ਬਣਾਏ, ਪੜ੍ਹੇ ਹੀ ਨਾ। ਤੇ ਉਹਨਾਂ ਨੇ ਜਿਹੜੀ ਵਿਵਸਥਾ ਹੀ ਲਿਖ ਮਾਰੀ ਕਿ ਬ੍ਰਾਹਮਣ ਅਨਪੜ੍ਹ ਵੀ ਹੋਵੇ ਤਾਂ ਵੀ ਅਖੇ ਪੂਜਣ ਯੋਗ ਹੈ। ਬੱਚੇ ਜੋ ਨਲਾਇਕ ਨਿਕਲੇ ਅੱਗੋਂ, ਜਿਹਦੇ ਕੋਲ ਮਾਇਆ ਜ਼ਿਆਦੀ ਹੋਵੇ ਨਾ ਉਹਦੇ ਨਿਆਣੇ ਵਿਗੜ ਜਾਂਦੇ ਆ। ਇਸੇ ਤਰ੍ਹਾਂ ਦੀ ਬ੍ਰਾਹਮਣਾਂ ਦੀ ਹਾਲਤ ਹੋਈ। ਤੇ ਜਿਹੜੇ ਸਾਧ ਸੰਗਤ ਜੀ ਜਿਹੜੇ ਆਪ ਤਾਂ ਫੌਜੀ ਹੈ, ਸ਼ਸਤਰ ਧਾਰੀ ਹੈ ਤੇ ਬੜੇ ਲੜਾਕੂ ਹੈ, ਤੇ ਇਹ ਜਾਣ ਕੇ ਕਿ ਸ਼ਸਤਰ ਕਿਤੇ ਵੇਖੋ ਇਹ ਨੁਕਸਾਨ ਕਰਦੇ ਆ ਤੇ ਮੇਰੇ ਬੱਚਿਆਂ ਕੋਲ ਸ਼ਸਤਰ ਨਹੀਂ ਚਾਹੀਦੇ, ਤੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਲਾਡ ਕਰਦਾ ਐਵੇਂ ਹੀ ਪਾਲੇ, ਨਾ ਸ਼ਸਤਰਾਂ ਦੀ ਵਿੱਦਿਆ ਦੇਵੇ। ਤੋ ਫਿਰ ਅੱਗੇ ਕਿਹੜੇ ਕਾਇਰ ਹੀ ਹੋਣੇ ਆ ਜਿਨ ਸ਼ਸਤਰ ਨਹੀਂ ਪਕੜੇ, ਜਿਨ ਸ਼ਸਤਰ ਚਲਾਉਣੇ ਨਹੀਂ ਸਿੱਖੇ। ਇਸ ਤਰ੍ਹਾਂ ਇਹ ਹੌਲੀ ਹੌਲੀ
ਫਿਰਕੇ ਚਾਰ ਵੰਡੇ ਗਏ। ਜਿਹੜੇ ਕਹਿੰਦੇ ਕੋਈ ਨਹੀਂ ਅਸੀਂ ਤਾਂ ਦੂਜਿਆਂ ਦੀ ਸੇਵਾ ਕਰਕੇ ਹੀ ਬੁੱਤਾ ਸਾਰ ਲਾਂਗੇ, ਉਹਨਾਂ ਦਾ ਸਮਾਜ ਵਿੱਚ ਨਾਮ ਸ਼ੂਦਰ ਪੈ ਗਿਆ। ਜਿਹੜੇ ਕਹਿੰਦੇ ਆ ਕੰਮਕਾਰ ਕਰੋ, ਬਸ ਕੀ ਕਰਨਾ, ਦੁਕਾਨ ਚੱਲਦੀ ਆ, ਠੀਕ ਆ, ਖੇਤੀਬਾੜੀ ਕਰਦੇ ਆ, ਨਾ ਕੋਈ ਧਰਮ ਕਰਮ ਕਮਾਉਣਾ, ਉਹਨਾਂ ਦਾ ਨਾਮ ਵੈਸ਼ ਪੈ ਗਿਆ। ਫਿਰ ਤੇ ਜਿਹੜੇ ਸ਼ਸਤਰ ਧਾਰ ਕੇ ਲੜਦੇ ਆ ਉਹਨਾਂ ਦਾ ਨਾਮ ਛਤਰੀ ਪੈ ਗਿਆ। ਜਿਹੜੇ ਵਿਦਿਆ ਪੜ੍ਹਦੇ ਉਹਨਾਂ ਦਾ ਨਾਮ ਬ੍ਰਾਹਮਣ ਪੈ ਗਿਆ ਵੀ ਇਹ ਤਾਂ ਪੜ੍ਹਨ ਲਿਖਣ ਵਾਲੇ ਆ ਕੇਵਲ। ਇਹ ਭਿੰਨ ਭਿੰਨ ਹੋ ਗਏ ਸਾਰੇ। ਫਿਰ ਨਿਰੰਕਾਰ ਨੇ ਜਦੋਂ ਅਵਤਾਰ ਧਾਰਿਆ ਹੈ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ, ਜਦੋਂ 10ਵਾਂ ਜਾਮਾ ਧਾਰਿਆ ਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਫਿਰ ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ। ਇਹ 10ਵੇਂ ਪਾਤਸ਼ਾਹ ਜੀ ਮਹਾਰਾਜ ਫਿਰ ਆਪਣੇ ਸ਼੍ਰੀ ਕੰਠ ਤੋਂ ਵਾਕ ਕਹੇ। ਇਹ ਚਾਰੇ ਧਰਮ ਮਹਾਰਾਜ ਨੇ ਖਾਲਸੇ ਵਿੱਚ ਇਕੱਠੇ ਕਰ ਦਿੱਤੇ। ਖਾਲਸਾ ਜਦੋਂ ਵਿਦਿਆ ਪੜ੍ਹਦਾ ਉਦੋਂ ਬ੍ਰਾਹਮਣ ਹੈ, ਉਦੋਂ ਬ੍ਰਹਮ ਗਿਆਨੀ ਹੈ, ਉਹ ਬ੍ਰਹਮ ਵਿਦਿਆ ਨੂੰ ਪੜ੍ਹਦਾ ਹੈ। ਫਿਰ ਸਾਧ ਸੰਗਤ ਜੀ ਖਾਲਸੇ ਦੇ ਗਾਤਰੇ ਪਈ ਹੋਈ ਤੇਗ ਦੱਸਦੀ ਹੈ ਕਿ ਸੂਰਬੀਰ ਹੈ, ਛਤਰੀ ਹੈ, ਇਹ ਯੋਧਾ ਹੈ, ਮੈਦਾਨੇ ਜੰਗ ਦੇ ਅੰਦਰ ਲੜਨ ਵਾਲਾ ਜੁਝਾਰੂ ਸੂਰਮਾ ਹੈ। ਗਾਤਰੇ ਪਏ ਹੋਏ ਸ਼ਸਤਰੇ ਦੇ ਛਤਰੀ ਪੁਣੇ ਦੇ ਲੱਛਣ ਪ੍ਰਗਟ ਕਰਦੇ ਐ। ਤੇ ਫਿਰ ਸਾਧ ਸੰਗਤ ਜੀ ਮਹਾਰਾਜ ਦਾ ਖਾਲਸਾ ਨਿਕੰਮਾ ਨਹੀਂ, ਹੱਡ ਹਰਾਮੀ ਨਹੀਂ, ਦੂਸਰੇ ਕਿਤੇ ਹੱਥਾਂ ਵੱਲ ਨਹੀਂ ਵੇਖਦਾ। ਮਹਾਰਾਜ ਨੇ ਕਿਹਾ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸਾਧ ਸੰਗਤ ਜੀ ਅਸੀਂ ਹੁਣ ਇਹ ਜਿਹੜਾ ਰੁਝਾਨ ਘਟਦਾ ਜਾ ਰਿਹਾ, ਸਾਡੇ ਨਗਰਾਂ ਵਿੱਚ ਪਹਿਲਾਂ ਸਾਧ ਸੰਗਤ ਜੀ ਵੇਖਣ ਨੂੰ ਕਈ ਪਰਿਵਾਰ ਹੁੰਦੇ ਸੀ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਬਾਣੇ ਪਾਏ ਹੁੰਦੇ ਸੀ, ਸਾਰੀ ਆਪਣੀ ਖੇਤੀਬਾੜੀ ਦਾ ਕੰਮ ਆਪ ਕਰਦੇ ਸੀਗੇ। ਤੇ ਜਦੋਂ ਹਲ ਚਲਾਉਂਦੇ ਆ ਖੇਤਾਂ ਦੇ ਅੰਦਰ, ਬਾਣਾ ਪਾਇਆ ਗੁਰੂ ਕਾ, ਆਪਣੀ ਕਿਰਤ ਕਰਦੇ ਆ, ਉਦੋਂ ਮਹਾਰਾਜ ਨੇ ਖਾਲਸੇ ਨੂੰ ਵੈਸ਼ ਦਾ ਧਰਮ ਦਿੱਤਾ ਹੋਇਆ ਕਿ ਆਪਣੀ 10 ਨੌਹਾਂ ਦੀ ਕਿਰਤ ਆਪ ਕਰ ਤੇ ਗੁਰੂ ਘਰ ਦਸਵੰਧ ਕੱਢ ਕੇ ਦੇ, ਲੋੜਵੰਦ ਨੂੰ ਭੋਜਨ ਛਕਾ। ਇਹ ਮਹਾਰਾਜ ਜੀ ਨੇ ਵੈਸ ਦਾ ਧਰਮ ਆਪਣੇ ਖਾਲਸੇ ਵਿੱਚ ਭਰਿਆ। ਤੇ ਜਦੋਂ ਗੁਰੂ ਕਾ ਖਾਲਸਾ ਜੋੜੇ ਘਰ ਵਿੱਚ ਬੈਠ ਕੇ ਸੰਗਤਾਂ ਦੇ ਜੋੜੇ ਝਾੜਦਾ ਹੈ, ਗੁਰੂ ਮਹਾਰਾਜ ਦੇ ਦਰ ਤੇ ਆ ਕੇ ਤੱਪੜ ਝਾੜਦਾ ਹੈ, ਸੰਗਤਾਂ ਦੀ ਚਰਨ ਧੂੜ ਪਰਸਦਾ ਹੈ, ਸਭ ਨੂੰ ਲੰਗਰ ਵਰਤਾਉਂਦਾ ਹੈ, ਉਦੋਂ ਸ਼ੂਦਰ ਵਾਲਾ ਗੁਣ ਮਹਾਰਾਜ ਨੇ ਭਰ ਦਿੱਤਾ ਵੀ ਤੂੰ ਸੇਵਾ ਵੀ ਸਭ ਦੀ ਕਰਨੀ। ਐਵੇਂ ਸ਼ਸਤਰ ਪਾ ਕੇ ਹੰਕਾਰ ਨਾ ਕਰਦਾ ਫਿਰੀ, ਐਵੇਂ ਵਿਦਿਆ ਪੜ ਕੇ ਹੰਕਾਰੀ ਨਾ ਹੋ ਜਾਈ, ਕਿਰਤ ਕਰਕੇ ਨਾ ਸਮਝੀ ਕਿ ਮੈਂ ਹੀ ਸਭ ਨੂੰ ਪਾਲ ਰਿਹਾ ਹਾਂ। ਨਹੀਂ, ਨਿਮਰਤਾ ਰੱਖੀ, ਪਾਲਣਹਾਰ ਪਰਮੇਸ਼ਰ ਨੂੰ ਜਾਣੀ, ਸੇਵਾ ਕਰੀ ਸਭ ਦੀ। ਇਹ ਮਹਾਰਾਜ ਨੇ 4 ਗੁਣ ਆਪਣੇ ਖਾਲਸੇ 'ਚ ਭਰ ਕੇ ਸੰਪੂਰਨ ਕੀਤਾ ਗਰੀਬ ਨਵਾਜ ਨੇ। ਇਹ ਭਿੰਨ ਭਿੰਨ ਧਰਮ ਮਹਾਰਾਜ ਦੱਸੇ ਹਨ। ਸਰਬ ਸ਼ਬਦੰ ਏਕ ਸ਼ਬਦੰ। ਹੁਣ ਸਾਂਝਾ ਧਰਮ ਮਹਾਰਾਜ ਕੀ ਹੈ? ਗੁਰੂ ਅੰਗਦ ਸਾਹਿਬ ਆਪ ਕਿਰਪਾ ਕਰਕੇ ਦੱਸੋ। ਸਰਬ ਸ਼ਬਦੰ ਏਕ ਸ਼ਬਦੰ। ਮਹਾਰਾਜ ਕਹਿੰਦੇ ਸਾਰਿਆਂ ਦਾ ਸਾਂਝਾ ਸ਼ਬਦੰ ਧਰਮ ਪਤਾ ਕੀ ਹੈ? ਇੱਕ ਜੋ ਅਦੁੱਤੀ ਪਰਮੇਸ਼ਰ ਹੈ ਉਹਦੇ ਨਾਮ ਨੂੰ ਜਪਣਾ। ਵਾਹਿਗੁਰੂ ਜਿਹੜਾ ਸ਼ਬਦੰ ਬ੍ਰਹਮ ਹੈ ਨਾ, ਇੱਕ ਹੈ ਜੋ ਉਹਦੇ ਨਾਮ ਦਾ ਅਭਿਆਸ ਕਰਨਾ, ਚਾਹੇ ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ, ਚਾਹੇ ਖੱਤਰੀ ਹੋਵੇ ਤੇ ਚਾਹੇ ਬ੍ਰਾਹਮਣ ਹੋਵੇ। ਮਹਾਰਾਜ ਕਹਿੰਦੇ ਭਾਈ ਸਾਰਿਆਂ ਦਾ ਸਾਂਝਾ ਧਰਮ ਇਹ ਹੈ ਕਿ ਇੱਕ ਅਦੁੱਤੀ ਪਰਮੇਸ਼ਰ ਦੇ ਨਾਮ ਨੂੰ ਜਪਣਾ, ਬ੍ਰਹਮ ਵਿੱਚ ਅਭੇਦ ਹੋਣਾ। ਜੇ ਕੋ ਜਾਣਾ ਭੇਉ। ਜੇ ਕੋਈ ਜਾਣ ਲਵੇ, ਮਹਾਰਾਜ ਕਹਿੰਦੇ ਭਾਈ ਇਸ ਭੇਉ ਭੇਦ ਦੇ ਤਾਈ ਨਾਨਕ ਤਾ ਕਾ ਦਾਸ ਹੈ। ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਉਸ ਦੇ ਦਾਸ ਹਾਂ, ਸੇਵਕ ਹਾਂ ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ। ਗਰੀਬ ਨਵਾਜ ਫਰਮਾਉਂਦੇ ਆ, ਸੋਈ ਨਿਰੰਜਨ ਦੇਵ। ਉਹ ਸੁੱਧ ਸਰੂਪ ਪਰਮੇਸ਼ਰ ਦਾ ਹੀ ਰੂਪ ਹੈ। ਦਿਓ ਪ੍ਰਕਾਸ਼ ਸਰੂਪ ਜੋ ਪਰਮੇਸ਼ਰ ਹੈ ਨਾ, ਨਿਰੰਜਨ ਸੁੱਧ ਰੂਪ, ਮਹਾਰਾਜ ਕਹਿੰਦੇ ਉਹ ਉਹਦਾ ਹੀ ਰੂਪ ਹੈ। ਪੰਕਤੀ ਇਸੇ ਪ੍ਰਕਾਰ ਨਾਨਕ ਤਾ ਕਾ ਦਾਸ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਜੇ ਕੋਈ ਜਾਣ ਸਭੇਓ, ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਨਾ, ਨਾਨਕ ਤਾ ਕਾ ਦਾਸ ਹੈ। ਹਜੂਰ ਕਹਿੰਦੇ ਉਹ ਤਾਂ ਤਿਸ ਪਰਮੇਸ਼ਰ ਦਾ ਦਾਸ ਹੈ, ਉਹ ਹੋਰ ਕਿਸੇ ਦਾ ਦਾਸ ਨਹੀਂ। ਗੁਰੂ ਕਾ ਖਾਲਸਾ ਵਾਹਿਗੁਰੂ ਦਾ ਦਾਸ ਹੈ, ਪਰਮੇਸ਼ਰ ਦਾ ਦਾਸ ਹੈ।
ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਤਿਸ ਵਾਹਿਗੁਰੂ ਦਾ ਹੀ ਦਾਸ ਸੇਵਕ ਬਣ ਜਾਂਦਾ ਏ। ਸੋਈ ਨਿਰੰਜਨ ਦੇਵ ਤੇ ਵਾਹਿਗੁਰੂ ਦੇ ਸੇਵਕ ਨੂੰ ਫਿਰ ਮਹਾਰਾਜ ਆਪਣਾ ਸੇਵਕ ਜਾਣ ਕੇ ਆਪਣਾ ਹੀ ਸੁੱਧ ਰੂਪ ਦੇ ਦਿੰਦੇ ਆ। ਮਹਾਰਾਜ ਕਹਿੰਦੇ ਭਾਈ ਉਹ ਦਿਓ ਪ੍ਰਕਾਸ਼ ਸਰੂਪ ਜੋ ਸੁੱਧ ਪਰਮੇਸ਼ਰ ਹੈ ਨਾ, ਮਾਇਆ ਦੀ ਕਾਲਖ ਤੋਂ ਰਹਿਤ, ਉਹ ਪ੍ਰਤੱਖ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਏ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਏਕ ਕ੍ਰਿਸ਼ਨੰ ਸਰਬ ਦੇਵਾ। ਸੱਚੇ ਪਾਤਸ਼ਾਹ ਮਹਾਵਾਕ ਕਹਿੰਦੇ ਹੁਣ ਗਰੀਬ ਨਿਵਾਸ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਏਕ ਕ੍ਰਿਸ਼ਨੰ ਸਰਬ ਦੇਵਾ। ਏਕ ਜੋ ਕ੍ਰਿਸ ਤੋਂ ਅਰਥ ਹੁੰਦਾ ਹੈ ਕਮਜ਼ੋਰੀ, ਜਿਹਦੇ ਅੰਦਰ ਕੋਈ ਸਾਧ ਸੰਗਤ ਜੀ ਕ੍ਰਿਸਤਾਈ ਨਹੀਂ ਹੈ, ਜਿਹਦੇ ਅੰਦਰ ਕੋਈ ਕਮਜ਼ੋਰੀ ਨਹੀਂ ਹੈ, ਜਿਸ ਦੇ ਅੰਦਰ ਕੋਈ ਊਣਤਾਈ ਨਹੀਂ ਹੈ, ਉਹ ਕੌਣ ਹੈ? ਬ੍ਰਹਮ। ਬਾਕੀ ਤਾਂ ਸਭ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਏਕ ਕ੍ਰਿਸ਼ਨੰ ਸਰਬ ਦੇਵਾ, ਸਾਰਿਆਂ ਦੇ ਅੰਦਰ ਦੇਵਾ ਉਹਦਾ ਹੀ ਪ੍ਰਕਾਸ਼ ਹੈ ਜਿਹੜਾ ਪਰਮੇਸ਼ਰ। ਮਹਾਰਾਜ ਕਹਿੰਦੇ ਭਾਈ ਆਪ ਕ੍ਰਿਸਤਾਈ ਤੋਂ ਰਹਿਤ ਹੈ। ਕ੍ਰਿਸ਼ਨ ਜੇ ਆਪਾਂ ਲਿਖੀਏ ਕਿ ਏਕ ਕ੍ਰਿਸ਼ਨੰ ਸਰਬ ਦੇਵਾ, ਸਾਰਿਆਂ ਦੇ ਅੰਦਰ ਜੋ ਦੇਵਾ ਪ੍ਰਕਾਸ਼ ਕਰ ਰਿਹਾ ਨਾ, ਮਹਾਰਾਜ ਕਹਿੰਦੇ ਭਾਈ ਕ੍ਰਿਸ਼ਨ ਵਰਗੇ ਅਵਤਾਰਾਂ ਦੇ ਅੰਦਰ ਵੀ ਉਹਦੀ ਹੀ ਜੋਤ ਪ੍ਰਕਾਸ਼ ਰਹੀ ਹੈ। ਵਾਹਿਗੁਰੂ ਨੇ ਹੀ ਭੇਜਿਆ ਸੀ ਸਾਰਿਆਂ ਨੇ। ਤੈਥੋਂ ਮਹਾਰਾਜ ਕਹਿੰਦੇ ਆ ਕਿ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਵਾਕ ਕਹੇ ਹੈ। ਵਾਹਿਗੁਰੂ ਜੀ ਦਾ ਹੀ ਦੇਵਾ ਪਰਮੇਸ਼ਰ ਦਾ ਹੀ ਪ੍ਰਕਾਸ਼ ਜਿਹੜਾ ਉਹਨਾਂ ਦੇ ਅੰਦਰ ਹੈ। ਦੇਵ ਦੇਵਾਤ ਆਤਮਾ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਆਤਮਾ ਜੀਵ ਹੈ ਨਾ, ਇਹਦੇ ਅੰਦਰ ਵੀ ਉਸੇ ਹੀ ਪਰਮੇਸ਼ਰ ਦਾ ਪ੍ਰਕਾਸ਼ ਹੈ ਜਿਹੜਾ ਦੇਵਤਿਆਂ ਦੇ ਅੰਦਰ ਵੀ ਪ੍ਰਕਾਸ਼ ਕਰ ਰਿਹਾ ਹੈ ਤਾਂ ਬ੍ਰਹਮ ਹੀ। ਹੁਣ ਸਾਧ ਸੰਗਤ ਜੀ ਜੀਵ ਕਿਵੇਂ ਬਣ ਗਿਆ? ਇਹਦੇ ਅੰਦਰ ਖੱਟ ਵਕਾਰ ਨੇ ਤਾਂ ਜੀਵ ਬਣ ਗਿਆ। ਇਹਨੂੰ ਭੁੱਖ ਲੱਗਦੀ ਹੈ, ਤੇ ਲੱਗਦੀ ਹੈ, ਨੀਂਦ ਆਉਂਦੀ ਹੈ। ਇਹਦੇ ਅੰਦਰ ਇੱਕ ਖੱਟ ਵਕਾਰ ਨੇ, ਇਸ ਕਰਕੇ ਜੀਵ ਬਣ ਗਿਆ। ਤੇ ਈਸ਼ ਦੇ ਅੰਦਰ 6 ਗੁਣ ਹਨ, ਇਸ ਕਰਕੇ ਈਸ਼ ਬਣ ਗਿਆ। ਜਦੋਂ ਈਸ਼ ਦੇ 6 ਗੁਣ ਛੱਡ ਦਿਓ ਤੇ ਜੀਵ ਦੇ ਖੱਟ ਵਕਾਰ ਛੱਡ ਦਿਓ, ਫਿਰ ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਫਿਰ ਤਾਂ ਪਰਮੇਸ਼ਰ ਹੀ ਹੈ। ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਫਿਰ ਪੜੋ ਏਕ ਕ੍ਰਿਸ਼ਨੰ ਸਰਬ ਦੇਵਾ। ਮਹਾਰਾਜ ਜੀ ਕਹਿੰਦੇ ਇੱਕ ਭਾਈ ਜੋ ਜਿਹਦੇ ਅੰਦਰ ਕੋਈ ਮੜਪਣ ਨਹੀਂ ਹੈ, ਪਰਮੇਸ਼ਰ ਜੋ ਸਾਰਿਆਂ ਨੂੰ ਬਲ ਦੇਣ ਵਾਲਾ ਹੈ, ਆਪ ਕ੍ਰਿਸਤਾਈ ਤੋਂ ਰਹਿਤ ਹੈ, ਉਸ ਦਾ ਹੀ ਪ੍ਰਕਾਸ਼ ਹੈ ਸਾਰਿਆਂ ਦੇ ਅੰਦਰ। ਦੇਵਾ ਪ੍ਰਕਾਸ਼ ਨੂੰ ਕਹਿੰਦੇ ਉਹਦਾ ਪ੍ਰਕਾਸ਼ ਹੈ ਸਾਰਿਆਂ ਦੇ ਅੰਦਰ। ਦੇਵ ਦੇਵਾਤ ਆਤਮਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਦੇਵਾ ਪ੍ਰਕਾਸ਼ ਚੀਜ਼ਾਂ ਹਨ ਨਾ, ਜਿਹੜੀਆਂ ਜਿਵੇਂ ਚੰਦਰਮਾ ਹੈ, ਸੂਰਜ ਹੈ, ਇਹ ਖੱਟ ਜੋਤੀਆਂ ਜਿਹੜੀਆਂ ਦੇਵਾ ਪ੍ਰਕਾਸ਼ ਰੂਪ ਨੇ, ਇਹ ਪ੍ਰਕਾਸ਼ ਰੂਪ ਨਹੀਂ ਹਨ। ਇਹਨਾਂ ਦਾ ਵੀ ਪ੍ਰਕਾਸ਼ਕ ਵਾਹਿਗੁਰੂ ਹੀ ਹੈ। ਪਰਮੇਸ਼ਰ ਹੀ ਇਹਨਾਂ ਨੂੰ ਪ੍ਰਕਾਸ਼ ਕਰ ਰਿਹਾ ਹੈ, ਜਿਹੜਾ ਮਹਾਰਾਜ ਕਹਿੰਦੇ ਜੀਵ ਦੇ ਅੰਦਰ ਆਤਮਾ ਰੂਪ ਵਿੱਚ ਪ੍ਰਕਾਸ਼ ਕਰ ਰਿਹਾ ਹੈ। ਉਹੋ ਹੀ ਸੱਤਾ ਸੂਰਜ ਕੋਲ ਹੈ, ਉਹੋ ਹੀ ਸੱਤਾ ਚੰਦਰਮਾ ਨੂੰ ਦੇ ਰਿਹਾ ਹੈ। ਇੱਕੇ ਹੀ ਸੱਤਾ ਦੇ ਨਾਲ ਮਹਾਰਾਜ ਮੇਰਾ ਵਾਹਿਗੁਰੂ ਸਭ ਦੇ ਤਾਈਂ ਪ੍ਰਕਾਸ਼ ਰਿਹਾ। ਜਿਵੇਂ ਕਿਹਾ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਉਂ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਉਹ ਸਾਰੇ ਦੇਵਤਿਆਂ ਦੇ ਅੰਦਰ ਦੇਵਤੇ ਹੀ ਮੰਨੇ ਆ ਨਾ, ਚੰਦਰਮਾ ਸੂਰਜ ਆਦਿਕ, ਇਹਨਾਂ ਦਾ ਵੀ ਪ੍ਰਕਾਸ਼ਕ ਹੈ। ਉਹੋ ਹੀ ਪ੍ਰਕਾਸ਼ਕ ਮਹਾਰਾਜ ਕਹਿੰਦੇ ਜੀਵ ਆਤਮਾ ਨੂੰ ਵੀ ਪ੍ਰਕਾਸ਼ ਰਿਹਾ ਹੈ। ਆਤਮਾ ਵਾਸੁਦੇਵਸਯ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਾਰਿਆਂ ਨੂੰ ਆਪਣੇ ਅੰਦਰ ਵਾਸ ਦੇਣ ਵਾਲਾ ਹੈ ਨਾ, ਮਹਾਰਾਜ ਜੀ ਕਹਿੰਦੇ ਉਹ ਜੀਵ ਤੇਰਾ ਆਤਮਾ ਰੂਪ ਹੈ। ਜਿਵੇਂ ਸਾਧ ਸੰਗਤ ਜੀ ਕੋਈ ਪਰਛਾਈ ਨਹੀਂ ਪੈ ਰਹੀ ਹੁੰਦੀ ਤਲਾਬ ਦੇ ਅੰਦਰ ਚੰਦਰਮਾ ਦੀ, ਇਸੇ ਤਰ੍ਹਾਂ ਸਾਡੇ ਅੰਦਰ ਵਾਹਿਗੁਰੂ ਜੀ ਦੀ ਉਹ ਸੱਤਾ ਦੀ ਪਰਛਾਈ ਪੈ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਵਾਸੁਦੇਵ ਜਿਹੜਾ ਸਾਰਿਆਂ ਨੂੰ ਆਪਣੇ ਆਪ ਵਿੱਚ ਵਾਸ ਦੇਣ ਵਾਲਾ ਹੈ। ਵਾਸੁਦੇਵਾਸੇ ਜਿਹੜਾ ਸਤ ਸੰਗਤ ਜੀ ਸ਼ਬਦ ਹੈ ਭਾਵ ਕ੍ਰਿਸ਼ਨ ਜੀ ਦਾ ਪਿਤਾ ਸੀ ਨਾ ਵਾਸੁਦੇਵ, ਤੇ ਇਸ ਪ੍ਰਕਾਰ ਵਾਸੁਦੇਵ ਤੋਂ ਜਿਹੜਾ ਸੀ ਪੈਦਾ ਹੋਣ ਵਾਲੇ ਭਾਵ ਸ਼੍ਰੀ ਕ੍ਰਿਸ਼ਨ ਜੀ। ਇਸ ਪ੍ਰਕਾਰ ਇੱਥੇ ਇਹ ਅਰਥ ਵੀ ਲਾਉਂਦੇ ਹੈ, ਪਰ ਇਹਦਾ ਮੁੱਖ ਅਰਥ ਵਾਚਕ ਜਿਹੜਾ ਪਰਮੇਸ਼ਰ ਦਾ ਹੈ, ਵਾਹਿਗੁਰੂ ਦਾ ਵਾਚਕ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਆਤਮਾ ਵਾਸੁਦੇਵਸਯ। ਮਹਾਰਾਜ ਜੀ ਕਹਿੰਦੇ ਸਾਰਿਆਂ ਨੂੰ ਆਪਣੇ ਵਿੱਚ ਵਾਸ ਦੇਣ ਵਾਲਾ ਜੋ ਪਰਮੇਸ਼ਰ ਹੈ, ਉਹ ਸਭ ਦਾ ਆਤਮਾ ਰੂਪ
ਹੈ, ਆਤਮ ਹੈ, ਸਰਬਾਤਮ ਹੈ। ਜੇ ਕੋ ਜਾਣਾ ਭੇਉ ਜਿਹੜਾ ਇਸ ਭੇਦ ਨੂੰ ਜਾਣ ਲੇ ਫਿਰ ਉਹਨੂੰ ਭਿੰਨ ਭਿੰਨ ਸਰੀਰ ਨਹੀਂ ਦਿਸਦੇ, ਉਹਨੂੰ ਸਭ ਵਾਹਿਗੁਰੂ ਦਿਸਣ ਲੱਗ ਪੈਂਦਾ ਹੈ। ਵਾਹਿਗੁਰੂ ਦਾ ਹੀ ਰੂਪ ਹੈ, ਸਾਰੀ ਕਾਇਨਾਤ ਸਾਰੀ ਧਰਤੀ ਦਿਸਣ ਲੱਗ ਜਾਂਦੀ ਹੈ। ਨਾਨਕ ਤਾਕਾ ਦਾਸ ਹੈ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਤਿਸ ਦੇ ਦਾਸ ਸੇਵਕ ਹਾਂ ਜਿਹਨੂੰ ਇਹ ਭੇਦ ਪਤਾ ਲੱਗ ਗਿਆ, ਕਿਉਂਕਿ ਉਹਦੇ ਲਈ ਤਾਂ ਫਿਰ ਸਭ ਬ੍ਰਹਮ ਹੈ। ਉਹਾਂ ਸਮ ਠਾਕੁਰ ਸਮ ਚੇਰਾ, ਉਥੇ ਕੋਈ ਠਾਕੁਰ ਨਹੀਂ, ਉਥੇ ਕੋਈ ਚੇਲਾ ਨਹੀਂ ਹੈ, ਉਥੇ ਤਾਂ ਸਭ ਇੱਕੋ ਹੀ ਹੈ। ਮਹਾਰਾਜ ਕਹਿੰਦੇ ਜਿਹਨੂੰ ਇਹ ਭੇਦ ਪਤਾ ਲੱਗ ਗਿਆ ਹੈ ਅਸੀਂ ਉਹਦੇ ਦਾਸ ਹਾਂ, ਸੇਵਕ ਹਾਂ। ਫਿਰ ਸਤਿਗੁਰੂ ਜੀ ਕਹਿੰਦੇ ਨਾਨਕ ਤਾਕੋ ਦਾਸ ਹੈ। ਮਹਾਰਾਜ ਕਹਿੰਦੇ ਭਾਈ ਉਹ ਤਾਂ ਤਿਸ ਪਰਮੇਸ਼ਰ ਦਾ ਹੀ ਦਾਸ ਸੇਵਕ ਹੈ। ਸੋਈ ਨਿਰੰਜਨ ਦੇਵ। ਉਹੋ ਹੀ ਮਹਾਰਾਜ ਕਹਿੰਦੇ ਆਪ ਨਿਰੰਜਨ ਸੁੱਧ ਰੂਪ ਹੈ, ਪਰਮੇਸ਼ਰ ਦਾ ਰੂਪ ਹੋ ਗਿਆ ਉਹ ਸੇਵਕ, ਦਿਓ ਪ੍ਰਕਾਸ਼ ਰੂਪ ਹੋ ਗਿਆ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਕੁੰਭੇ ਬਧਾ ਜਲ ਰਹਾ। ਹੁਣ ਮਹਾਰਾਜ ਜੀ ਸੱਚੇ ਪਾਤਸ਼ਾਹ ਗਿਆਨ ਦਾ ਕਾਰਨ ਦੱਸਦੇ, ਹਜੂਰ ਸ਼ਬਦ ਦੀ ਸੰਪੂਰਨਤਾ ਕਰਦੇ ਆ। ਮਹਾਰਾਜ ਕਹਿੰਦੇ ਭਾਈ ਕੁੰਭੇ ਬੱਧਾ ਜਲ ਰਹਾ, ਜਿਹੜਾ ਜਲ ਹੈ ਨਾ ਗੁਰਸਿੱਖੋ ਗੁਰੂ ਨਾਨਕ ਸਾਹਿਬ ਦੇ ਵਾਕ ਨੇ। ਹਜੂਰ ਕਹਿੰਦੇ ਭਾਈ ਇਹ ਕੁੰਭ ਘੜੇ ਦਾ ਬੱਝਾ ਹੋਇਆ ਜਿਵੇਂ ਜਲ ਟਿਕਿਆ ਰਹਿੰਦਾ ਏ। ਜਲ ਬਿਨ ਕੁੰਭ ਨਾ ਹੋਏ। ਤੇ ਜਿੰਨਾ ਚਿਰ ਮਿੱਟੀ ਵਿੱਚ ਪਾਣੀ ਪਾ ਕੇ ਉਹਨੂੰ ਗੁੰਨੀਏ ਨਾ, ਕੋਈ ਸੁੱਕੀ ਮਿੱਟੀ ਦਾ ਤੇ ਘੜਾ ਨਹੀਂ ਨਾ ਬਣਦਾ। ਜਲ ਬਿਨ ਕੁੰਭ ਨਾ ਹੋਏ। ਮਹਾਰਾਜ ਕਹਿੰਦੇ ਭਾਈ ਜਲ ਤੋਂ ਬਿਨਾ ਉਹ ਕੁੰਭ ਜਿਹੜਾ ਕੁੰਭ ਹੈ ਨਾ ਘੜਾ, ਉਹ ਤਿਆਰ ਨਹੀਂ ਹੁੰਦਾ, ਨਹੀਂ ਬਣਦਾ ਹੈ। ਗਿਆਨ ਕਾ ਬੱਧਾ ਮਨ ਰਹਾ। ਇਸੇ ਤਰ੍ਹਾਂ ਮਹਾਰਾਜ ਜੀ ਹੁਣ ਦਾ ਦ੍ਰਿਸ਼ਟਾਂਤ ਦਿੰਦੇ ਆ ਕਿ ਭਾਈ ਗਿਆਨ ਦਾ ਬੱਧਾ ਮਨ ਰਹਿੰਦਾ ਹੈ। ਜੇ ਗਿਆਨ ਨਾਲ ਮਨ ਨਹੀਂ ਨਾ ਬੰਨਿਆ ਤੇ ਵਾਸ਼ਨਾ ਦਾ ਭੜਕਿਆ ਹੋਇਆ ਕਦੇ ਕਿਸੇ ਨਾਲ ਈਰਖਾ ਦਾ ਸਿੰਗ ਮਾਰਦਾ, ਕਦੇ ਕਿਤੇ ਕ੍ਰੋਧ ਕਰਦਾ, ਕਿਤੇ ਜਾ ਕਰਕੇ ਕੌੜਾ ਵਾਕ ਬੋਲਦਾ ਹੈ। ਪਰ ਜਿਹੜੇ ਗਿਆਨ ਨਾਲ ਬੰਨ ਲੈਂਦੇ ਆਪਣੇ ਮਨ ਨੂੰ, ਅੱਛਾ ਮਨਾ ਕੋਈ ਗੱਲ ਨਹੀਂ, ਵਾਹਿਗੁਰੂ ਵੇਖਦੇ ਆ, ਤੂੰ ਰਜਾ ਚ ਰਹੋ, ਪਰਮੇਸ਼ਰ ਦੀ ਆਗਿਆ ਵਿੱਚ ਚੱਲ, ਭਜਨ ਕਰਿਆ ਕਰ। ਇਉਂ ਆਪਣੇ ਗਿਆਨ ਨਾਲ ਮਨ ਨੂੰ ਬੰਨ ਲੈਂਦੇ ਵਿਸ਼ਿਆਂ ਵੱਲੋਂ ਕਿ ਵਿਸ਼ੇ ਕੀ ਹੈ, ਛਿਨ ਭੰਗਰ ਨਾਸ਼ਵੰਤੀ ਹੈ। ਗਿਆਨ ਨਾਲ ਆਪਣੇ ਮਨ ਨੂੰ ਮਹਾਰਾਜ ਕਹਿੰਦੇ ਭਾਈ ਬੰਨ ਲੈਂਦੇ ਆ ਤੇ ਗਿਆਨ ਦਾ ਬੱਧਾ ਮਨ ਜਿਹੜਾ ਉਹ ਰਹਿੰਦਾ ਹੈ। ਜੇ ਗਿਆਨ ਹੀ ਨਹੀਂ ਧਾਰਨ ਕੀਤਾ ਤੇ ਫਿਰ ਜਿੱਧਰ ਨੂੰ ਮਰਜ਼ੀ ਦੌੜਿਆ ਫਿਰਦਾ ਮਨ ਤਾਂ ਕਦੇ ਪਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ। ਇਹਦੀ ਤਾਂ ਇਹ ਹਾਲ ਤਾਂ ਫਿਰ ਤਾਂ ਸਾਰੇ ਉੱਤਰ ਪੱਛਮ ਦੱਖਣ ਪੂਰਬ ਸਭ ਦਿਖਾਉਂਦਾ ਹੈ। ਗੁਰ ਬਿਨ ਗਿਆਨ ਨਾ ਹੋਏ। ਤੇ ਮਹਾਰਾਜ ਕਹਿੰਦੇ ਗਿਆਨ ਗੁਰੂ ਤੋਂ ਬਿਨਾ ਹੁੰਦਾ ਨਹੀਂ। ਦੱਸੋ ਮਨ ਕਿਵੇਂ ਬੰਨ ਲੋਗੇ ਫਿਰ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਇਹਦੇ ਅੰਤਰੀਵ ਅਰਥ ਵੀ ਹਨ, ਸੁਣੋ ਪਿਆਰ ਨਾਲ। ਕੁੰਭੇ ਬੱਧਾ ਜਲ ਰਹਾ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਕੁੰਭ ਹੈ ਨਾ ਸਰੀਰ ਹੈ, ਸਰੀਰ ਘੜੇ ਦੀ ਨਿਆਈ ਹੈ। ਜਿਹੜਾ ਦੇਹ ਦਿਹਾਸ ਵਿੱਚ ਬੱਝਾ ਰਹਿੰਦਾ ਨਾ ਫਿਰ ਜਲ ਰਹਾ, ਉਹ ਜਲਦਾ ਹੀ ਰਹਿੰਦਾ ਹੈ। ਇੱਥੇ ਜਲ ਦਾ ਅਰਥ ਜਲਣਾ ਹੈ, ਸੜਨਾ। ਜਿਹੜਾ ਦੇਹ ਦਿਹਾਸ ਵਿੱਚ ਬੱਝਾ ਰਹਿੰਦਾ ਇਹ ਅੰਤਰੀਵ ਅਰਥ ਨੇ, ਬਾਹਰੀ ਅਰਥ ਮੁੱਖ ਅਰਥ ਤੁਸੀਂ ਸੁਣ ਲਿਆ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਕੁੰਭ ਵਿੱਚ ਸਰੀਰ ਵਿੱਚ ਬੱਝਾ ਰਹਿੰਦਾ ਉਹ ਕਾਮ ਕ੍ਰੋਧ ਦੀ ਅੱਗ ਵਿੱਚ ਜਲਦਾ ਹੀ ਰਹਿੰਦਾ ਹੈ। ਜਲ ਬਿਨ ਕੁੰਭ ਨਾ ਹੋਏ। ਤੇ ਜਿਹੜਾ ਕਾਮ ਕ੍ਰੋਧ ਦੀ ਜਲਣ ਤੋਂ ਬਿਨਾ ਹੋ ਜਾਂਦਾ ਨਾਮ ਜਪ ਕਰਕੇ, ਫਿਰ ਉਹਨੂੰ ਕੁੰਭ ਨਾ ਹੋਏ। ਸਰੀਰ ਦੀ ਹੰਗਤਾ ਨਹੀਂ ਰਹਿੰਦੀ ਹੈ, ਇਹ ਦੇਹ ਦਾ ਅਧਿਆਸ ਨਹੀਂ ਉਹਨੂੰ ਰਹਿੰਦਾ ਹੈ। ਉਹਦੀਆਂ ਫਿਰ ਜਲਣਾ ਮਿਟ ਜਾਂਦੀਆਂ, ਸਾਰੇ ਸੇਕ ਅੰਦਰੋਂ ਮੁੱਕ ਜਾਂਦੇ ਆ। ਗਿਆਨ ਕਾ ਬੱਧਾ ਮਨ ਰਹਾ। ਇਹ ਜਲਣ ਤਾਂ ਹਟਦੀ ਹੈ ਜੇ ਗਿਆਨ ਦੇ ਨਾਲ ਆਪਣੇ ਮਨ ਨੂੰ ਬੰਨ ਲਈਏ। ਤੇ ਮਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ। ਕੁਝ ਗਿਆਨ ਪੜਨਾ ਚਾਹੀਦਾ ਮਨ ਨੂੰ ਸਮਝਾਉਣ ਵਾਸਤੇ, ਨਹੀਂ ਤਾਂ ਮੂਰਖ ਦਾ ਮੂਰਖ ਹੀ ਰਹਿ ਜਾਂਦਾ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਮੰਨਿਆ ਹੋਇਆ ਹੈ। ਇਹ ਗਿਆਨ ਦੇ ਨਾਲ ਅੰਦਰ ਦਿਵ ਦ੍ਰਿਸ਼ਟ ਖੁੱਲਦੀ ਹੈ, ਅੰਦਰਲੇ ਚਕਸ਼ੂ ਖੁੱਲਦੇ ਆ। ਤੇ ਜੇ ਸਾਧ ਸੰਗਤ ਜੀ ਗਿਆਨ ਪੜ੍ਹੇ ਹੀ ਨਾ, ਗਿਆਨ ਹਾਸਲ ਹੀ ਨਾ ਕਰੇ ਤੇ ਫਿਰ ਮੂਰਖ ਹੀ ਰਹਿਣਾ ਨਾ। ਮਹਾਰਾਜ ਜੀ ਕਹਿੰਦੇ ਭਾਈ ਗਿਆਨ ਦੇ ਨਾਲ ਹੀ ਮਨ ਵਿਸ਼ਿਆਂ ਵੱਲੋਂ ਬੰਨਿਆ ਜਾਂਦਾ ਏ। ਗੁਰ ਬਿਨ ਗਿਆਨ ਨਾ ਹੋਏ। ਪਰ ਗਿਆਨ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦੇ ਕੋਲ ਹੈ।
ਮਹਾਰਾਜ ਸਾਹਿਬ ਜੀ ਗਿਆਨ ਦੇ ਦਾਤੇ ਹੈ ਸੱਚੇ ਪਾਤਸ਼ਾਹ। ਗੁਰੂ ਤੋਂ ਬਿਨਾ ਮਹਾਰਾਜ ਕਹਿੰਦੇ ਜੀਆਂ ਨੂੰ ਗਿਆਨ ਨਹੀਂ ਹੁੰਦਾ, ਜੀ ਭਟਕਦੇ ਫਿਰਦੇ ਆ ਗੁਰੂ ਤੋਂ ਬਿਨਾ। ਪੌੜੀ ਦੁਆਰਾ ਮਹਾਰਾਜ ਜੀ ਹੁਣ ਬਖਸ਼ਿਸ਼ ਕਰਦੇ, ਇਹ 12ਵੇਂ ਸ਼ਲੋਕ ਦੀ ਸੰਪੂਰਨਤਾ ਕਰਦੇ ਆ ਗਰੀਬ ਨਵਾਜ। ਇੱਥੇ ਸਾਧ ਸੰਗਤ ਜੀ ਆਸਾ ਦੀ ਵਾਰ ਦਾ ਮੱਧ ਲੱਗਦਾ ਹੈ। 24 ਪੌੜੀਆਂ ਨਾ ਤੇ 12ਵੀਂ ਪੌੜੀ ਹਜੂਰ ਫਰਮਾਉਂਦੇ ਆ, ਪੜਿਆ ਹੋਵਾ ਗੁਨਹਗਾਰ। ਮਹਾਰਾਜ ਜੀ ਨੂੰ ਪੁੱਛਦੇ ਆ ਸਿੱਖ ਕਿ ਸੱਚੇ ਪਾਤਸ਼ਾਹ ਜੀ ਜੇ ਪੜਿਆ ਲਿਖਿਆ ਹੋਵੇ ਬਹੁਤ ਜ਼ਿਆਦਾ ਤੇ ਮਹਾਰਾਜ ਉਹ ਤਾਂ ਪਰਲੋਕ ਚ ਰਿਆਇਤ ਹੁੰਦੀ ਹੋਣੀ ਆ। ਉਹਨੂੰ ਕਹਿੰਦੇ ਵੀ ਚੱਲ ਵੇਦ ਬੜੇ ਪੜ੍ਹੇ ਆ, ਇਹਨਾਂ ਤਾਂ ਵਿਦਿਆ ਬੜੀ ਪਰੀ ਹੈ, ਛੱਡੋ ਇਹਨੂੰ ਮਾਫ ਕਰ ਦਿਓ। ਤੇ ਉਹਦੀ ਥਾਂ ਤੇ ਮਹਾਰਾਜ ਅਨਪੜ੍ਹ ਨੂੰ ਲੰਮੇ ਪਾ ਲੈਂਦੇ ਹੋਣੇ ਵੀ ਤੂੰ ਆ ਜਾ, ਤੂੰ ਪੜਿਆ ਲਿਖਿਆ ਨਹੀਂ ਕੱਖ, ਤੇ ਇਹਦੀ ਥਾਂ ਹੁਣ ਮਾਰ ਤੂੰ ਖਾ। ਮਹਾਰਾਜ ਏਦਾਂ ਹੋ ਜਾਂਦਾ? ਸਤਿਗੁਰੂ ਕਹਿੰਦੇ ਨਹੀਂ ਸਿੱਖੋ, ਏਦਾਂ ਨਹੀਂ ਹੁੰਦਾ। ਮਹਾਰਾਜ ਦੱਸੋ ਕਿਵੇਂ ਹੁੰਦਾ? ਹਜੂਰ ਫਰਮਾਉਂਦੇ ਆ, ਪੜਿਆ ਹੋਵਾ ਗੁਨਹਗਾਰ। ਮਹਾਰਾਜ ਜੀ ਕਹਿੰਦੇ ਪੜਿਆ ਤਾਂ ਹੋਵੇ ਬਹੁਤ ਜ਼ਿਆਦੀ ਵਿਦਿਆ, ਡਾਕਟਰ ਵੀ ਬਣਿਆ, ਇੰਜੀਨੀਅਰ ਵੀ ਬਣਿਆ ਹੋਵੇ ਤੇ ਫਿਰ ਗੁਨਾਹਗਾਰ ਹੋਵੇ। ਡਾਕਟਰ ਹੋਵੇ ਵੱਡੀਆਂ ਲਵੇ, ਬਹੁਤ ਜ਼ਿਆਦਾ ਧੋਖਾ ਧੜੀ ਕਰੇ, ਤੇ ਇਧਰ ਲਾ ਲਓ ਧਰਮ ਦੇ ਖੇਤਰ ਵਿੱਚ ਕਿ ਬ੍ਰਹਮ ਵਿਦਿਆ ਪੜਿਆ ਹੋਇਆ, ਵੇਦਾਂਤ ਦੇ ਗ੍ਰੰਥ ਸਾਰੇ ਪੜ ਗਿਆ, ਸਾਰੀ ਵਿਦਿਆ ਪੜ ਗਿਆ, ਪਰ ਹੋਵੇ ਗੁਨਾਹਗਾਰ। ਫਿਰ ਗੁਰੂ ਕੀ ਗੋਲਕ ਚੋਂ ਮਾਇਆ ਕੱਢ ਲੈਂਦਾ ਹੋਵੇ, ਚੋਰੀ ਤੇ ਕਿਸੇ ਨਾਲ ਜਿਹੜਾ ਫਰੇਬ ਕਰਦਾ ਹੋਵੇ, ਛਲ ਕਰਦਾ ਹੋਵੇ, ਠੱਗੀਆਂ ਮਾਰਦਾ ਹੋਵੇ। ਮਹਾਰਾਜ ਕਹਿੰਦੇ ਭਾਈ ਚਾਹੇ 4 ਵੇਦ ਪੜ੍ਹੇ ਐ, 6 ਸ਼ਾਸਤਰ ਪੜ੍ਹੇ ਐ, 18 ਪੁਰਾਣ ਪੜ੍ਹ ਲਏ ਐ, ਪਰ ਹੋਵੇ ਗੁਨਾਹਗਾਰ, ਗੁਨਾਹਾਂ ਨੂੰ ਗਾਰ ਕਰਨ ਵਾਲਾ ਹੋਵੇ। ਤਾ ਓਮੀ ਸਾਧਨ ਮਾਰੀਆ। ਮਹਾਰਾਜ ਕਹਿੰਦੇ ਉਹਦੇ ਥਾਂ ਦੇ ਉੱਤੇ ਓਮੀ ਕਹਿੰਦੇ ਅਨਪੜ੍ਹ ਨੂੰ, ਤੇ ਮਹਾਰਾਜ ਕਹਿੰਦੇ ਜਿਹੜਾ ਅਨਪੜ੍ਹ ਹੋਵੇ ਸਾਧੂ, ਉਹਨੂੰ ਕੋਈ ਅੱਖਰ ਨਹੀਂ ਆਉਂਦਾ, ਪਰ ਗੁਰੂ ਕੇ ਲੰਗਰਾਂ 'ਚ ਸੇਵਾ ਕੀਤੀ ਹੈ, ਫਿਰ ਜੁੜੇ ਝਾੜੇ ਐ, ਨਿਮਰਤਾ ਦੇ ਨਾਲ ਸੇਵਾ ਕੀਤੀ ਹੈ, ਨਾਮ ਜਪਿਆ, ਮਨ ਨੂੰ ਸਾਧ ਲਿਆ ਹੈ। ਮਹਾਰਾਜ ਕਹਿੰਦੇ ਭਾਈ ਉੱਥੇ ਫਿਰ ਉਹ ਅਨਪੜ੍ਹ ਸਾਧੂ ਨੂੰ ਨਹੀਂ ਮਾਰਿਆ ਜਾਵੇਗਾ, ਤਾਂ ਓਮੀ ਸਾਧਨਾ ਮਾਰੀ ਹੈ। ਉੱਥੇ ਅਨਪੜ੍ਹ ਸਾਧੂ ਨੂੰ ਨਹੀਂ ਕਹਿਣਗੇ ਕਿ ਵੀ ਲੈ ਇਹ ਪੜ੍ਹਿਆ ਲਿਖਿਆ ਨਹੀਂ ਕੁਛ ਤੇ ਪੜ੍ਹੇ ਲਿਖਿਆ ਨੂੰ ਛੱਡ ਦਿਓ, ਜਿਵੇਂ ਇੱਥੇ ਹੁੰਦਾ ਰਿਆਤ ਕਰ ਦਿੰਦੇ ਆ ਕਿ ਮੰਤਰੀ ਦਾ ਭਤੀਜਾ ਲੱਗਦਾ, ਛੱਡ ਦਿਓ ਜੀ ਇਹ ਕੇਸ ਦੂਜੇ ਤੇ ਪਾ ਦਿਓ। ਐਵੇਂ ਕੋਈ ਨਿਹਾਕੀ ਫੜਿਆ ਉਹਦੇ ਉੱਤੇ ਕੇਸ ਪਾ ਦਿੰਦੇ ਆ। ਇਹ ਹਾਲਤ ਪਰਲੋਕ 'ਚ ਨਹੀਂ ਹੁੰਦੀ ਐਸੀ। ਪੜਿਆ ਹੋਵੇ ਗੁਨਾਹਗਾਰ ਤੇ ਉਹਨੂੰ ਹੀ ਢਾਉਂਦੇ ਆ ਫਿਰ ਵੀ ਆ ਜਾ, ਤੂੰ ਪੜ੍ਹਾਈ ਲਿਖਾਈ ਕਰਕੇ ਵੀ ਗਲਤ ਕੰਮ ਕੀਤੇ ਆ, ਤੂੰ ਵਿਦਿਆ ਪੜ੍ਹ ਕੇ ਵੀ ਗੁਨਾਹ ਕੀਤੇ ਆ, ਮਾਰ ਉਹਨੂੰ ਹੀ ਪਊਗੀ। ਮਹਾਰਾਜ ਕਹਿੰਦੇ ਓਮੀ ਸਾਧਨਾ ਮਾਰੀ ਹੈ, ਉਹਦੇ ਥਾਂ ਤੇ ਅਨਪੜ੍ਹ ਸਾਧੂ ਨਹੀਂ ਮਾਰਿਆ ਜਾਊਗਾ, ਉਹ ਤਾਂ ਬਖਸ਼ਿਆ ਹੀ ਜਾਵੇਗਾ ਜੇ ਨਾਮ ਜਪਿਆ, ਜੇ ਸਾਧੂ ਹੈ। ਜਿਹਾ ਘਾਲੇ ਘਾਲਣਾ। ਸਤਿਗੁਰੂ ਜੀ ਕਹਿੰਦੇ ਜਿਹੋ ਜੀ ਘਾਲਣਾ ਘਾਲਦਾ ਨਾ ਕੋਈ ਸੰਸਾਰ ਦੇ ਅੰਦਰ, ਜਿਹੋ ਜੀ ਕਮਾਈ ਕਮਾਉਂਦਾ ਹੈ, ਇਹ ਵੇਹੋ ਨਾਉ ਪਚਾਰੀਆ। ਉਹਦਾ ਉਹੋ ਹੀ ਨਾਮ ਪ੍ਰਚਾਰ ਦੇ ਭਾਵ ਕਹਿੰਦੇ ਸੰਸਾਰ ਦੇ ਲੋਕ। ਜੇ ਚੋਰੀਆਂ ਕਰਦਾ ਹੋਵੇ ਤੇ ਕੀ ਕਹਿੰਦੇ ਆ? ਕਹਿੰਦੇ ਚੋਰ ਆ। ਜੇ ਕੋਈ ਸ਼ਰਾਬ ਪੀਂਦਾ ਤੇ ਕਹਿੰਦੇ ਛੱਡ ਪਰਾਂ, ਉਹ ਤਾਂ ਸ਼ਰਾਬੀ ਹੈ, ਇਸ ਤਰ੍ਹਾਂ ਕਹਿੰਦੇ ਆ। ਜੇ ਕੋਈ ਭਜਨ ਕਰਦਾ, ਨਾਮ ਜਪਦਾ, ਕਹਿੰਦੇ ਗੁਰਮੁਖ ਹੈ, ਸਤਸੰਗੀ ਹੈ। ਜੇ ਵੇਹੀ ਜਿਹੋ ਜੀ ਕਾਰ ਕਰੀਏ ਨਾ, ਮਹਾਰਾਜ ਕਹਿੰਦੇ ਹਨ ਜੇ ਤੇ ਵੇਹੋ ਨਾਉ ਪਚਾਰੀਆ। ਪਿਛਲੀ ਪੜੋ ਨਾ। ਜਿਹਾ ਘਾਲੇ ਘਾਲਣਾ। ਜਿਹਾ ਘਾਲੇ ਘਾਲਣਾ, ਜਿਹੋ ਜੀ ਘਾਲ ਘਾਲਦਾ ਹੈ ਨਾ, ਜਿਹੋ ਜਿਹਾ ਕੰਮ ਕਰਦਾ ਹੈ। ਮਹਾਰਾਜ ਕਹਿੰਦੇ ਆ ਕਿ ਭਾਈ ਜੇ ਅੰਦਰ ਬਹਿ ਪੈ ਪਾਪ ਕਮਾਵੇ, ਜੇ ਅੰਦਰ ਬਹਿ ਕੇ ਪਾਪ ਕਰੇ ਤੇ ਫਿਰ ਉਹ ਮਹਾਰਾਜ ਕਹਿੰਦੇ ਪਾਪ ਕਮਾਣਾ ਪਾਪੀ ਜਾਣੀ ਹੈ। ਜਿਹੜਾ ਪਾਪ ਕਮਾਉਂਦਾ ਹੈ ਉਹਨੂੰ ਪਾਪੀ ਜਾਣਿਆ ਜਾਂਦਾ ਹੈ। ਜਿਸ ਦਾ ਧਰਮ ਨਾ ਹੋਵੇ ਸੋ ਧਰਮ ਕਮਾਵੇ। ਮਹਾਰਾਜ ਕਹਿੰਦੇ ਜਿਹਦਾ ਧਰਮ ਨਾਮ ਪੈ ਜਾਂਦਾ ਉਹਦਾ ਕੀ ਧਰਮ ਕਮਾਉਂਦਾ, ਤੇ ਕਹਿੰਦੇ ਆ ਧਰਮੀ ਹੈ, ਇਹ ਤਾਂ ਧਰਮੀ ਮਨੁੱਖ ਵਾ। ਇਹੋ ਮਹਾਰਾਜ ਕਹਿੰਦੇ ਤੇ ਵੇਹੋ ਨਾਉ ਪਚਾਰੀ ਹੈ, ਉਹਦਾ ਉਹੋ ਹੀ ਨਾਉ ਪਚਾਰਿਆ ਜਾਂਦਾ, ਭਾਵ ਕਿਹਾ ਜਾਂਦਾ, ਪੁਕਾਰਿਆ ਜਾਂਦਾ। ਲੋਕ ਸਾਧੂ ਨੂੰ ਸਾਧੂ ਕਹਿੰਦੇ ਆ, ਜਿਹੜੇ ਨਿੰਦਾ ਕਰਦੇ ਆ ਉਹ ਤਾਂ ਵੱਖਰੀ ਗੱਲ ਹੈ, ਪਰ ਨਾਮ ਪ੍ਰਸਿੱਧ ਉਹੀ ਹੁੰਦਾ ਜਿਹੋ ਜੀ ਜੀਵ ਦੀ ਕਰਨੀ ਹੁੰਦੀ ਆ। ਐਸੀ ਕਲਾ ਨਾ ਖੇਡੀਆ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਖੋ ਇਹੋ ਜੀ ਕਲਾ ਬਾਜੀ ਜਿਹੜੀ ਹੈ ਨਾ, ਖੇਲ, ਉਹ ਨਹੀਂ ਖੇਡਣੀ ਚਾਹੀਦੀ। ਜਿਤ ਦਰਗਾਹ ਗਿਆ ਹਾਰੀਆ। ਜਿੱਥੇ ਦਰਗਾਹ ਵਿੱਚ ਗਿਆ ਫਿਰ ਹਾਰ ਹੋਵੇ,
ਉਹ ਵਾਲੀ ਖੇਲ ਨਹੀਂ ਖੇਲਣੀ ਚਾਹੀਦੀ। ਹੁਣ ਤਾਂ ਇੱਥੇ ਹੱਕ ਮਾਰੀ ਜਾਂਦੇ ਆ, ਦੂਜੇ ਦੇ ਪੈਸੇ ਹੜੱਪੀ ਜਾਂਦੇ ਆ, ਕਿਹੜਾ ਪਤਾ ਹੈ ਭੋਲੇ ਭਾਲਿਆਂ ਨੂੰ ਲੁੱਟੀ ਜਾਂਦੇ ਆ। ਮਹਾਰਾਜ ਕਹਿੰਦੇ ਇਹੋ ਜੀ ਖੇਡ ਨਾ ਖੇਡ, ਕਿਉਂਕਿ ਦਰਗਾਹ ਵਿੱਚ ਹਾਰ ਆਊਗੀ, ਫਿਰ ਉੱਥੇ ਤੈਨੂੰ ਸ਼ਰਮਿੰਦਿਆਂ ਕਰਨਗੇ, ਉੱਥੇ ਫਿਰ ਮਾਰ ਪਊਗੀ ਬਹੁਤ ਜ਼ਿਆਦਾ। ਇਸ ਕਰਕੇ ਐਸੀ ਕਲਾ ਨਾ ਖੇਡੀ ਹੈ, ਇਹੋ ਜੀ ਕਲਾ ਬਾਜੀ ਜਿਹੜੀ ਹੈ, ਇਹੋ ਜੀ ਖੇਲ ਜਿਹੜੀ ਹੈ, ਮਹਾਰਾਜ ਕਹਿੰਦੇ ਨਾ ਖੇਡਣਾ ਕਰ। ਜਿਤ ਦਰਗਾਹੇ ਗਿਆ ਹਾਰੀਆ। ਜਦੋਂ ਦਰਗਾਹ 'ਚ ਜਾਵੇਂਗਾ, ਪਰਲੋਕ ਵਿੱਚ ਜਾਵੇਂਗਾ, ਧਰਮ ਰਾਜੇ ਦੀ ਦਰਗਾਹ ਵਿੱਚ ਪਹੁੰਚੇਗਾ, ਤੇ ਫਿਰ ਇਹੋ ਜਿਹੇ ਕੰਮਾਂ ਕਰਕੇ ਹਾਰ ਹੀ ਆਵੇਗੀ ਨਾ, ਉੱਥੇ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਇਹੋ ਜੀ ਖੇਡ ਪਾਪਾਂ ਵਾਲੀ ਨਾ ਖੇਡਣਾ ਕਰ, ਜਿਹਦੇ ਕਰਕੇ ਦਰਗਾਹ ਵਿੱਚ ਤੈਨੂੰ ਹਾਰ ਹੋਵੇ। ਪੜਿਆ ਅੱਤਾ ਓਮੀਆ। ਮਹਾਰਾਜ ਕਹਿੰਦੇ ਭਾਈ ਪੜਿਆ ਲਿਖਿਆ ਹੋਵੇ ਤੇ ਚਾਹੇ ਓਮੀਆਂ ਅਨਪੜ੍ਹ ਹੋਵੇ। ਵਿਚਾਰ ਅਗਾ ਵਿਚਾਰੀਆ। ਮਹਾਰਾਜ ਕਹਿੰਦੇ ਵਿਚਾਰ ਤਾਂ ਉਹਨਾਂ ਦੇ ਕਰਮਾਂ ਦੀ ਵਿਚਾਰੀ ਜਾਣੀ ਹੈ ਵੀ ਤੂੰ ਕੰਮ ਕਿਹੋ ਜਿਹੇ ਕੀਤੇ ਐ, ਕਿਉਂਕਿ ਕਰਮਾਂ ਦੇ ਉੱਤੇ ਨਿਬੇੜਾ ਹੁੰਦਾ ਹੈ। ਉੱਥੇ ਇਹ ਨਹੀਂ ਕਹਿ ਕੇ ਛੁੱਟ ਸਕਦਾ ਕਿ ਮੈਂ ਤਾਂ ਇੰਜੀਨੀਅਰ ਹਾਂ ਜੀ, ਡਾਕਟਰ ਹੋਵੇਂਗਾ ਤਾਂ ਇੱਥੇ ਹੋਵੇਂਗਾ, ਉੱਥੇ ਪ੍ਰਲੋਕ 'ਚ ਕੋਈ ਤੇਰੀ MD ਦੀ ਡਿਗਰੀ ਨਹੀਂ ਚੱਲਣੀ ਹੈ। ਉੱਥੇ ਕੋਈ ਨਹੀਂ ਚੱਲਣਾ ਕਿ ਮੇਰੇ ਨੌਕਰ ਇੰਨੇ ਥੱਲੇ ਕੰਮ ਕਰਦੇ ਤੇ ਮੈਂ ਇੰਜੀਨੀਅਰ ਆ। ਉੱਥੇ ਕੋਈ ਨਹੀਂ ਚੱਲਣਾ ਫਿਰ ਕਿ ਤੂੰ ਸੰਤ ਵੈ, ਬਾਹਰੋਂ ਰਖਾਇਆ ਸੰਤ ਛਡਾ ਲੂਗਾ ਨਾਮ, ਬਾਹਰੋਂ ਲਿਖਾ ਲਿਆ ਤੂੰ ਕਿ ਮੈਂ ਬ੍ਰਹਮ ਗਿਆਨੀ ਹਾਂ ਤੇ ਫਿਰ ਛਡਾ ਲੂਗਾ ਇਹ ਨਾਮ ਤੈਨੂੰ। ਮਹਾਰਾਜ ਕਹਿੰਦੇ ਇਸ ਨਾਮ ਨਾਲ ਨਹੀਂ ਛੁੱਟਣਾ, ਬ੍ਰਹਮ ਗਿਆਨੀ ਵਾਲੇ ਕਰਮਾਂ ਨਾਲ ਛੁੱਟਣਾ ਹੈ, ਸਾਧੂ ਵਾਲੇ ਕਰਮਾਂ ਨਾਲ ਤੂੰ ਛੁੱਟਣਾ ਹੈ। ਕਰਮ ਤਾਂ ਕਰੇ ਪਾਪੀਆਂ ਵਾਲੇ ਤੇ ਨਾਮ ਰਖਾਇਆ ਸੰਤ ਜੀ ਮਹਾਰਾਜ, ਫਿਰ ਕਿਵੇਂ ਛੁੱਟ ਜਾਏਗਾ? ਇੱਥੇ ਤਾਂ ਤੂੰ ਸੰਤ ਜੀ ਮਹਾਰਾਜ ਬਣ ਗਿਆ ਲੋਕਾਂ ਵਿੱਚ ਪਖੰਡ ਵਗਾ ਬਣਾ ਕਰਕੇ, ਪਰ ਪਰਲੋਕ ਵਿੱਚ ਨਹੀਂ। ਮਹਾਰਾਜ ਕਹਿੰਦੇ ਪੜਿਆ ਤੇ ਓਮੀਆਂ, ਚਾਹੇ ਪੜਿਆ ਲਿਖਿਆ ਤੇ ਚਾਹੇ ਓਮੀਆਂ ਅਨਪੜ੍ਹ ਵੈ। ਪਾਪ ਜਿਹੜਾ ਕਰੂਗਾ ਚਾਹੇ ਅਨਪੜ੍ਹ ਕਰੇ ਤੇ ਚਾਹੇ ਪੜਿਆ ਲਿਖਿਆ ਕਰੇ, ਵਿਚਾਰ ਅੱਗੇ ਵਿਚਾਰੀਐ। ਉਹਨਾਂ ਦੇ ਪਾਪਾਂ ਦੀ ਵਿਚਾਰ ਅੱਗੇ ਮਹਾਰਾਜ ਕਹਿੰਦੇ ਵਿਚਾਰੀ ਜਾਂਦੀ ਹੈ, ਪੁੰਨ ਕਰਮਾਂ ਦੀ ਵਿਚਾਰ ਅੱਗੇ ਕੀਤੀ ਜਾਂਦੀ ਹੈ। ਮੋਹ ਚਲਾ ਸੋ ਅੱਗਾ ਮਾਰੀਆ। ਸਤਿਗੁਰੂ ਜੀ ਕਹਿੰਦੇ ਭਾਈ ਮੋਹ ਚੱਲੈ ਸੋ ਅੱਗੇ ਮਾਰੀਐ। ਜਿਹੜੇ ਇੱਥੇ ਮੁਹਾ ਜਾਂਦੇ ਆ ਨਾ, ਆਪਣਾ ਭਾਵ ਕੀ ਲੁਟਾ ਜਾਂਦੇ ਆ, ਸ਼ੁਭ ਗੁਣਾਂ ਨੂੰ ਲੁਟਾ ਲਿਆ ਹੈ ਇੱਥੇ ਹੀ, ਤੇ ਮਹਾਰਾਜ ਕਹਿੰਦੇ ਅੱਗੇ ਕੀ ਹੋਣਾ? ਫਿਰ ਅੱਗੇ ਮਾਰੀ ਹੈ, ਮਾਰ ਹੀ ਪੈਣੀ ਹੈ ਅੱਗੇ, ਫਿਰ ਅੱਗੇ ਮਾਰ ਹੀ ਮਾਰ ਪੈਂਦੀ ਹੈ। ਉਹ ਹਜੂਰ ਕਹਿੰਦੇ ਹਨ ਮੋਹ ਚਲਾ ਸੋ ਅੱਗਾ ਮਾਰੀਆ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਮੂੰਹ ਨੂੰ ਨਹੀਂ ਨਾ ਕੰਟਰੋਲ ਕੀਤਾ, ਭਾਵ ਜਿਹੋ ਜਿਹਾ ਮਰਗੀ ਵਾਕ ਬੋਲਦੇ ਆ ਤੇ ਜਿਹੋ ਜਿਹਾ ਮਰਗੀ ਖਾਣਾ ਖਾਂਦੇ ਆ, ਰਸਾਂ ਵਿੱਚ ਫਸੇ ਹੋਏ, ਕਿ ਕਹਿੰਦੇ ਕੀ ਹੋਣ ਲੱਗਾ, ਭੱਖ ਅਪੱਖ ਸਭ ਖਾਏ। ਜਿਨ੍ਹਾਂ ਨੇ ਆਪਣੇ ਮਹਾਰਾਜ ਕਹਿੰਦੇ ਭਾਈ ਜਦੋਂ ਮੂੰਹ ਨੂੰ ਰੋਕਿਆ ਨਹੀਂ ਹੈ ਤੇ ਜਦੋਂ ਚੱਲੇ ਆ ਪਰਲੋਕ ਨੂੰ ਤੇ ਅੱਗੇ ਕੀ ਹੁੰਦਾ? ਫਿਰ ਮਾਰੀ ਹੈ, ਮਾਰ ਪੈਂਦੀ ਹੈ, ਮਾਰ ਮੋਹੇ ਮੋਹ ਖਾਏ। ਮੂੰਹ ਦੇ ਉੱਤੇ ਹੀ ਜੁੱਤੀਆਂ ਦੀ ਮਾਰ ਫਿਰ ਪੈਂਦੀ ਹੈ। ਜਿਨ੍ਹਾਂ ਨੇ ਆਪਣੇ ਮੂੰਹ ਨੂੰ ਰੋਕਿਆ ਨਹੀਂ ਨਿੰਦਾ ਕਰਨ ਤੋਂ ਤੇ ਮਨ ਕਾਲਾ ਪਿਆ ਤੇ ਉਲਟੀ ਵਾਂਗੂ ਇਹ ਰੋਗ ਲੱਗਾ ਹੁੰਦਾ। ਜਿਹਨੂੰ ਨਿੰਦਾ ਕਰਨ ਦੀ ਆਦਤ ਹੋਵੇ ਨਾ, ਜਿਵੇਂ ਉਲਟੀ ਰੁਕਦੀ ਨਹੀਂ ਨਾ, ਉਹਦੇ ਕੋਲੋਂ ਨਿੰਦਾ ਰੁਕਦੀ ਨਹੀਂ, ਉਹ ਉਲਟੀ ਕਰ ਹੀ ਬਹਿੰਦਾ ਹੈ। ਆਨੇ ਬਹਾਨੇ ਦੱਸ ਹੀ ਬਹਿੰਦਾ ਕਿ ਮੈਂ ਸੱਚ ਕਹਿਣਾ, ਮੈਂ ਸੱਚ ਬੋਲਣਾ, ਕਰਨੀ ਹੁੰਦੀ ਹੈ ਨਿੰਦਾ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਭਾਈ ਮੋਹ ਚੱਲੈ ਸੋ ਅੱਗੇ ਮਾਰੀਐ। ਜਿਹੜੇ ਭਾਈ ਆਪਣੇ ਮੂੰਹ ਨੂੰ ਨਹੀਂ ਕੰਟਰੋਲ ਕਰ ਪਾਉਂਦੇ ਹਨ, ਤੇ ਮੋਹ ਤੋਂ ਅਰਥ ਹਾਹੇ ਨੂੰ ਸਿਹਾਰੀ ਨਾਲ ਹੈ, ਤੇ ਮੋਹ ਤੋਂ ਅਰਥ ਹੁੰਦਾ ਜਿਹੜੇ ਲੁਟਾ ਲੈਂਦੇ ਆਪਣੇ ਆਪ ਨੂੰ ਇੱਥੇ ਹੀ, ਜਿਹੜੇ ਵਕਾਰਾਂ ਕੋਲੋਂ ਲੁੱਟੇ ਗਏ ਐ ਤੇ ਜਦੋਂ ਪਰਲੋਕ ਨੂੰ ਚੱਲਦੇ ਐ ਤੇ ਅੱਗੇ ਕੀ ਹੁੰਦਾ? ਫਿਰ ਮਾਰ ਪੈਂਦੀ ਹੈ। ਕਾਮ ਕ੍ਰੋਧ ਫਿਰ ਭਾਗ ਗਏ ਸੇ ਪੰਜ ਜਨਾ, ਉਹ ਭੱਜ ਜਾਂਦੇ ਐ ਤੇ ਇਹਨੂੰ ਫਿਰ ਪਕੜ ਲਿਆ ਜਾਂਦਾ ਜੀਵ ਨੂੰ। ਉਹ ਕਹਿੰਦਾ ਕਾਮ ਦਾ ਦੋਸ਼ ਹੈ। ਕਾਮ ਕਹਿੰਦਾ ਮੇਰਾ ਕੀ ਦੋਸ਼ ਹੈ, ਤੂੰ ਭੋਗਿਆ ਹੈ, ਹੁਣ ਤੂੰ ਸਜ਼ਾ ਭੋਗ। ਇਹ ਮਹਾਰਾਜ ਕਹਿੰਦੇ ਭਾਈ ਫਿਰ ਮਾਰ ਪੈਂਦੀ ਹੈ ਪਰਲੋਕ ਦੇ ਅੰਦਰ। ਇੱਥੇ ਮਹਾਰਾਜ 12ਵੀਂ ਪੌੜੀ ਹਜੂਰ ਸੰਪੂਰਨ ਕੀਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪੜਿਆ ਅੱਤਾ ਓਮੀਆ, ਵਿਚਾਰ ਅੱਗਾ ਵਿਚਾਰੀਆ। ਮੋਹ ਚੱਲਾ ਸੋ ਅੱਗਾ ਮਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।